ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਪ੍ਰਗਟ ਪ੍ਰਤੱਖ ਹਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸੱਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦਿਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਪਰਮ ਪਵਿੱਤਰ ਗੁਰਬਾਣੀ ਦੁਆਰਾ ਸਾਨੂੰ ਲੜੀਵਾਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਗਰੀਬ ਨਵਾਜ਼ ਸਤਿਗੁਰਾਂ ਦਾ ਜੋ ਪਵਿੱਤਰ ਉਪਦੇਸ਼ ਹੈ, ਜੋ ਸਾਹਿਬਾਂ ਦੀ ਸਾਨੂੰ ਸਿੱਖਿਆ ਹੈ, ਸਰਵਣ ਕਰਨ ਵਾਸਤੇ ਇਕਾਗਰਤਾ ਬਖਸ਼ਿਓ। ਜਿੱਥੇ ਵੀ ਸਮਾਂ ਮਿਲਿਆ ਹੈ ਸੇਵਾ ਕਰਨ ਦਾ, ਹਾਜ਼ਰੀ ਭਰਨ ਦਾ, ਉੱਥੋਂ ਹੀ ਮਹਾਰਾਜ ਵੱਲ ਧਿਆਨ ਲਾਉਂਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਅੰਮ੍ਰਿਤ ਨਾਮ ਸਦਾ ਨਿਰਮਲਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 100 ਦੇ ਅਖੀਰ ਤੋਂ ਇਹ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਦਾ ਪ੍ਰਾਰੰਭ ਹੋ ਰਿਹਾ ਹੈ। ਮਾਝ ਰਾਗ ਦੇ ਅੰਦਰ ਮਾਝ ਮਹੱਲਾ ਪੰਜਵਾ। ਮਾਝ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਦੂਸਰੇ ਨੰਬਰ ਤੇ ਹੈ, ਪੰਚਮ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਪਰਉਪਕਾਰੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਜਿਨ੍ਹਾਂ ਨੇ ਅਨੇਕਾਂ ਪਰਉਪਕਾਰ ਕੀਤੇ, ਜਿਸ ਵਿੱਚੋਂ ਦੋ ਵੱਡੇ ਸਭ ਤੋਂ ਪਰਉਪਕਾਰ ਹਨ। ਇੱਕ ਜੋ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਜਹਾਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਬਖਸ਼ਿਆ, ਤੇ ਇੱਕ ਸਮੁੱਚੇ ਪੰਥ ਨੂੰ ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਦੇ ਰੂਪ ਦੇ ਵਿੱਚ ਬਖਸ਼ਿਆ। ਐਸੀਆਂ ਮਹਾਰਾਜ ਨੇ ਰਹਿਮਤਾਂ ਕੀਤੀਆਂ, ਅੰਮ੍ਰਿਤ ਦਾ ਸਰੋਵਰ ਹੀ ਦੇ ਦਿੱਤਾ ਸਾਨੂੰ ਪਾਤਸ਼ਾਹ ਨੇ। ਹਰੀ ਦਾ ਮੰਦਰ ਹੀ ਸਤਿਗੁਰਾਂ ਨੇ ਸਾਨੂੰ ਪ੍ਰਾਪਤ ਕਰਾ ਦਿੱਤਾ, ਅਤੇ ਧੁਰ ਕੀ ਬਾਣੀ ਦਾ ਖਜ਼ਾਨਾ ਸਾਨੂੰ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਖਸ਼ਿਆ ਹੈ। ਐਸੇ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੰਮ੍ਰਿਤ ਨਾਮ ਸਦਾ ਨਿਰਮਲਿਆ। ਕਹਿੰਦੇ ਭਾਈ ਜੋ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ, ਇਹ ਸਦਾ ਹੀ ਨਿਰਮਲਿਆ, ਨਿਰਮਲ ਕਰਨ ਵਾਲਾ ਹੈ, ਸਦਾ ਹੀ ਪਵਿੱਤਰ ਹੈ। ਪਰਮੇਸ਼ਰ ਦਾ ਨਾਮ, ਜਿਹੜੇ ਨਾਮ ਜਪਦੇ ਉਹ ਵੀ ਪਵਿੱਤਰ ਹੋ ਜਾਂਦੇ ਹਨ। ਸੁਖਦਾਈ ਦੁਖ ਬਿਡਾਰਨ ਹਰੀਆ। ਸੁਖਦਾਈ ਹੈ। ਫਿਰ ਨਾਮ ਕੈਸਾ ਹੈ? ਸੁਖ ਦਿੰਦਾ ਹੈ। ਅਸੀਂ ਕੀ ਭਾਲਦੇ ਹਾਂ? ਸਦਾ ਸੁਖ ਹੀ ਤਾਂ ਭਾਲਦੇ ਹਾਂ। ਸਾਡੀ ਚਾਹ ਇਹੀ ਹੁੰਦੀ ਹੈ ਨਾ ਵੀ ਜ਼ਿੰਦਗੀ 'ਚ ਸੁੱਖ ਲਈਏ, ਸੁੱਖ ਮਾਣੀਏ। ਬਹੁਤ ਬੰਦਾ ਕੋਈ ਮਿਹਨਤ ਕਰੇ, ਕਹਿੰਦਾ ਵੀ ਹੁਣ ਤਾਂ ਮੈਂ ਸੁੱਖ ਦੇ ਨਾਲ ਬੈਠ ਕੇ ਖਾਣਾ, ਸੁੱਖ ਮੰਨਣਾ ਹੈ, ਕਹਿੰਦਾ ਹੈ, ਪਰ ਹੁੰਦਾ ਨਹੀਂ ਇੱਦਾਂ। ਜਿੱਦਾਂ ਕੋਈ ਬਹੁਤੀ ਕਮਾਈ ਕਰਦਾ ਰਿਹਾ ਹੋਵੇ, ਕਿਸੇ ਕਾਰਨ ਸੰਸਾਰ ਤੋਂ ਚਾਲਾ ਮਾਰ ਜੇ, ਲੋਕ ਕਹਿੰਦੇ ਵੀ ਵਿਚਾਰੇ ਨੇ ਬੜੀ ਮਿਹਨਤ ਕੀਤੀ ਸੀ ਸਾਰੀ ਉਮਰ, ਹੁਣ ਸੁੱਖ ਲੈਣ ਦਾ ਸਮਾਂ ਸੀ, ਹੁਣ ਚੱਲ ਵਸਿਆ। ਕਹਿਣ ਤੋਂ ਭਾਵ ਹੈ ਵੀ ਗੱਲ ਸਾਡੀ ਕੋਈ ਵੀ ਹੋਵੇ, ਜਿਵੇਂ ਮਰਜ਼ੀ ਅਸੀਂ ਗੱਲ ਤੋਰੀਏ, ਖਾਸ ਸਾਡੀ ਇਹੀ ਹੈ ਵੀ ਅਸੀਂ ਸੁੱਖ ਵਿੱਚ ਰਹੀਏ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਪਿਆਰਿਆ, ਆ ਮਾਇਆ ਪਦਾਰਥ ਜੋ ਮਰਜ਼ੀ ਭੋਗ ਕੇ ਇਕੱਠੇ ਕਰਕੇ ਵੇਖ ਲਾ, ਸੁੱਖ ਇਹਨੇ ਨਹੀਂ ਦੇਣਾ। ਸੁੱਖ ਨਾਹੀ ਬਹੁਤੇ ਧਨ ਖਾਟੇ। ਬਹੁਤਾ ਧਨ ਕਮਾਉਣ ਨਾਲ ਵੀ ਸੁੱਖ ਨਹੀਂ ਹੈ। ਸੁਖਦਾਈ ਤਾਂ ਪਰਮੇਸ਼ਰ ਦਾ ਨਾਮ ਹੈ। ਜਿਹੜਾ ਨਾਮ ਜਪਦਾ ਹੈ ਨਾ, ਉਹਨੂੰ ਸਦਾ ਆਨੰਦ ਬਣਿਆ ਹੀ ਰਹਿੰਦਾ, ਉਹਨੂੰ ਸਦਾ ਸੁੱਖ ਬਣਿਆ ਹੀ ਰਹਿੰਦਾ ਹੈ।
ਮਾਇਆ ਕਿੰਨੀ ਹੈ ਕੋਲ, ਪਦਾਰਥ ਕਿੰਨੇ ਨੇ, ਇਹ ਸੰਬੰਧ ਹੀ ਨਹੀਂ ਰੱਖਦੇ ਚੀਜ਼ਾਂ, ਇਹ ਸੁੱਖ ਨਾਲ ਸੰਬੰਧ ਹੀ ਨਹੀਂ ਰੱਖਦੀਆਂ। ਸੁੱਖ ਸਾਧ ਸੰਗਤ ਜਦੋਂ ਅੰਤਰੀਵ ਹੋਵੇ ਉਹ ਸੁੱਖ ਹੈ। ਸਰੀਰ ਨੂੰ ਸੁੱਖ ਹੁੰਦਾ ਹੈ ਥੋੜ੍ਹੇ ਸਮੇਂ ਲਈ, ਸਿਆਲ ਵਿੱਚ ਨਿੱਘੀਆਂ ਚੀਜ਼ਾਂ ਨਾਲ ਸੁੱਖ ਹੁੰਦਾ ਹੈ, ਗਰਮੀ 'ਚ ਠੰਡੀਆਂ ਵਸਤੂਆਂ ਨਾਲ ਸਰੀਰ ਸੁਖੀ ਹੁੰਦਾ, ਪਰ ਉਹ ਕੁਝ ਸਮੇਂ ਵਾਸਤੇ ਹੁੰਦਾ, ਫਿਰ ਉਹ ਸੁੱਖ ਸਹਿਜੇ ਸਹਿਜੇ ਦੁੱਖਾਂ ਵਿੱਚ ਬਦਲ ਜਾਂਦੇ ਹਨ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਸੁੱਖਾਂ ਦੇ ਦੇਣ ਵਾਲਾ ਹੈ ਪਿਆਰਿਆ, ਸੁਖਦਾਈ ਸੁੱਖਾਂ ਦੇ ਦੇਣ ਵਾਲਾ ਹੈ, ਨਾਲ ਹੀ ਦੁੱਖ ਬਿਡਾਰਨ ਹਰੀਆ, ਤੇ ਦੁੱਖਾਂ ਦੇ ਨਾਸ਼ ਕਰਨ ਵਾਲਾ ਹੈ ਪਰਮੇਸ਼ਰ ਦਾ ਨਾਮ। ਸੁਖ ਬਖਸ਼ਦਾ ਏ ਤੇ ਦੁੱਖ ਦੂਰ ਕਰਦਾ ਹੈ। ਅਵਰ ਸਾਧ ਚਖ ਸਗਲੇ ਦੇਖੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਅਸੀਂ ਹੋਰ ਜਿੰਨੇ ਵੀ ਸਾਧ ਸਵਾਦ ਨੇ ਨਾ, ਜਿੰਨੇ ਵੀ ਪਦਾਰਥਾਂ ਦੇ, ਉਹ ਚੱਖ ਕੇ ਵੇਖ ਲਏ ਆ। ਜਿਵੇਂ ਜੋਗਾਨੰਦ, ਭੋਗਾਨੰਦ, ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ। ਇਹ ਸਾਰੇ ਕਹਿੰਦੇ ਅਸੀਂ ਚੱਖ ਕੇ ਧਾਰਨ ਕਰਕੇ ਵੇਖੇ ਹਨ, ਪਰਖ ਕਰਕੇ। ਮਨ ਹਰ ਰਸ ਸਭ ਤੇ ਮੀਠਾ ਜੀਓ। ਪਰ ਕਹਿੰਦੇ ਹੈ ਪਿਆਰੇ ਜੀ, ਜੋ ਸਾਡਾ ਮਨ ਹੈ ਇਹਨੂੰ ਤਾਂ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਸਵਾਦ ਹੀ ਸਭ ਤੋਂ ਮਿੱਠਾ ਪਿਆਰਾ ਲੱਗਾ ਹੈ। ਇਹ ਪਰਮੇਸ਼ਰ ਦਾ ਨਾਮ ਹੀ ਸਾਨੂੰ ਕਹਿੰਦੇ ਵੀ ਸਭ ਤੋਂ ਚੰਗਾ ਲੱਗਾ, ਮਿੱਠਾ। ਮਿੱਠੇ ਦਾ ਇੱਕ ਅਰਥ ਤੇ ਹੁੰਦਾ ਹੈ ਨਾ ਵੀ ਜਿਹੜੀ ਚੀਜ਼ ਕੋਈ ਖਾਈਏ ਤੇ ਮਿੱਠੀ ਲੱਗੇ, ਜਿਹ 'ਚ ਖੰਡ ਹੋਵੇ, ਕੋਈ ਸ਼ਹਿਦ ਇੱਦਾਂ ਦਾ ਪਦਾਰਥ ਹੋਵੇ। ਤੇ ਮਿੱਠੇ ਦਾ ਭਾਵ ਅਰਥ ਹੈ ਸੁਖਦਾਈ। ਕਹਿੰਦੇ ਵੀ ਸਭ ਪਦਾਰਥਾਂ ਦੇ ਨਾਲੋਂ ਮਿੱਠਾ ਸਵਾਦਲਾ ਵੀ ਸਾਨੂੰ ਨਾਮ ਲੱਗਾ, ਤੇ ਸਭ ਨਾਲੋਂ ਸੁਖ ਦੇਣ ਵਾਲਾ ਵੀ ਪਰਮੇਸ਼ਰ ਦਾ ਨਾਮ ਹੀ ਹੈ ਪਿਆਰੇ ਜੀ। ਜੋ ਹਰੀ ਦਾ ਨਾਮ ਹੈ ਇਹ ਸਭ ਰਸਾਂ ਵਿੱਚੋਂ ਸ਼੍ਰੋਮਣੀ ਰਸ ਹੈ, ਇਹ ਸਭ ਸਵਾਦਾਂ ਵਿੱਚੋਂ ਸ਼੍ਰੋਮਣੀ ਸਵਾਦ ਹੈ, ਇਹ ਸਭ ਆਨੰਦਾਂ ਦੇ ਵਿੱਚੋਂ ਸ਼੍ਰੋਮਣੀ ਆਨੰਦ ਹੈ, ਤੇ ਸਭ ਸੁੱਖਾਂ ਦੇ ਵਿੱਚੋਂ ਭੋਗਾਨੰਦ, ਜੋਗਾਨੰਦ, ਵਿਸ਼ਿਆਨੰਦ, ਇਹਨਾਂ ਸਾਰਿਆਂ ਦੇ ਨਾਲੋਂ ਪਰਮੇਸ਼ਰ ਦੇ ਨਾਮ ਦਾ ਆਨੰਦ ਜ਼ਿਆਦਾ ਹੈ। ਨਾਮ ਜਪ ਕੇ ਕੁੰਡਲਨੀ ਸੁਰਜੀ ਸਤ ਸੰਗਤ, ਜਿਨ੍ਹਾਂ ਦੀ ਕਹਿੰਦੇ ਵੀ ਕੁੰਡਲਨੀ ਸਿੱਧੀ ਹੋ ਗਈ ਹੈ ਨਾ, ਉਹਨਾਂ ਨੂੰ ਹਰ ਸਮੇਂ ਐਸਾ ਰਸ ਆਉਂਦਾ ਹੈ ਜੋ ਇੱਕ ਛਿਣ ਮਾਤਰ ਦਾ ਵਿਸ਼ਿਆਨੰਦ ਭੋਗਣ ਦੇ ਲਈ ਮਨੁੱਖ ਕਈ ਤਰ੍ਹਾਂ ਦੇ ਕੁਕਰਮ ਵੀ ਕਰ ਬੈਠਦਾ ਹੈ ਇੱਕ ਛਿਣ ਮਾਤਰ ਦੇ ਰਸ ਵਾਸਤੇ। ਐਸਾ ਰਸ ਦਾ ਨਾਮ ਜਪਣ ਵਾਲੇ ਬ੍ਰਹਮ ਗਿਆਨੀਆਂ ਨੂੰ ਸਦਾ ਹੀ ਆਉਂਦਾ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਸਭ ਰਸ ਅਸੀਂ ਵੇਖ ਲਏ ਆ ਭਾਈ। ਇਹ ਪਿਆਰੇ ਜੀ, ਸਾਡੇ ਮਨ ਨੂੰ ਹਰੀ ਦੇ ਨਾਮ ਦਾ ਰਸ ਹੀ ਸਭ ਤੋਂ ਮਿੱਠਾ ਪਿਆਰਾ ਸੁਖਦਾਈ ਲੱਗਾ ਹੈ। ਜੋ ਜੋ ਪੀਵੈ ਸੋ ਤ੍ਰਿਪਤਾਵੈ। ਕਹਿੰਦੇ ਵੀ ਜੋ ਜੋ ਪੀਵੈ, ਜਿਹੜਾ ਜਿਹੜਾ ਵੀ ਸਤਿਗੁਰੂ ਸਾਹਿਬ ਦੁਆਰਾ ਇਹ ਨਾਮ ਜਪਦਾ, ਇਹ ਨਾਮ ਜਪ ਕੇ ਨਾਮ ਦੇ ਰਸ ਨੂੰ ਪੀਂਦਾ ਹੈ, ਸੋ ਤ੍ਰਿਪਤਾਵੈ, ਉਹ ਤ੍ਰਿਪਤ ਹੋ ਜਾਂਦਾ ਹੈ। ਦੁਨੀਆ ਦੇ ਵਿਸ਼ੇ ਵਿਕਾਰਾਂ ਮੋਹ ਮਾਇਆ ਦੀ ਉਹਨੂੰ ਕੋਈ ਖਾਹਸ਼ ਨਹੀਂ ਰਹਿੰਦੀ, ਬਿਲਕੁਲ ਰੱਜ ਜਾਂਦਾ ਹੈ ਨਾਮ ਜਪਣ ਵਾਲਾ। ਅਮਰ ਹੋਵੈ ਜੋ ਨਾਮ ਰਸ ਪਾਵੈ। ਉਹ ਅਮਰ ਮਰਨ ਤੋਂ ਰਹਿਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪਾਵੇ, ਪਾਉਂਦਾ ਹੈ। ਸਾਧ ਸੰਗਤ ਜੀ, ਨਾਮ ਦਾ ਰਸ ਇਹ ਹੁੰਦਾ ਤੇ ਥੋੜਾ ਔਖਾ ਹੈ ਪ੍ਰਾਪਤ ਕਰਨਾ, ਪਰ ਜਿਹਨੂੰ ਪ੍ਰਾਪਤ ਹੋ ਜਾਵੇ ਫਿਰ ਉਹਦੀ ਕੋਈ ਖਾਹਸ਼ ਰਹਿੰਦੀ ਨਹੀਂ ਹੈ, ਉਹ ਅਮਰ ਹੋ ਜਾਂਦਾ। ਨਿੱਤ ਦੇ ਝੋਰਿਆਂ 'ਚ ਨਹੀਂ ਮਰਦਾ ਮਨੁੱਖ, ਭਾਵੇਂ ਜ਼ਿੰਦਗੀ ਜਿੰਨੇ ਮਰਜ਼ੀ ਸਾਲ ਸਰੀਰ ਕਰਕੇ ਜਿਉਂਦਾ ਹੈ, ਪਰ ਕਈ ਵਾਰ ਕਹਿ ਦਿੰਦਾ ਵੀ ਮੇਰਾ ਤੇ ਰੋਜ਼ ਹੀ ਮਰਨਾ ਹੁੰਦਾ ਹੈ, ਕਦੀ ਕਿਸੇ ਦੁੱਖ 'ਚ, ਕਦੀ ਕਿਸੇ ਬਿਪਤਾ 'ਚ, ਕਦੀ ਕਿਸੇ ਚਿੰਤਾ 'ਚ। ਆਮ ਹੀ ਸਾਡੇ ਲੋਕ ਕਹਿ ਦਿੰਦੇ ਆ, ਕਹਿੰਦੇ ਕਾਹਦੀ ਜ਼ਿੰਦਗੀ ਹੈ, ਮਰ ਮਰ ਕੇ ਜਿਉਂਦੇ ਆ। ਉੱਥੇ ਹੁਣ ਸਰੀਰ ਤਾਂ ਹੈਗਾ ਏ, ਪਰ ਸ਼ਬਦ ਵਰਤਿਆ ਵੀ ਮਰ ਮਰ ਕੇ ਜੀਨੇ, ਭਾਵ ਕਿ ਦੁਖੀ ਹੋ ਕੇ, ਸੰਕਟ ਝੱਲ ਝੱਲ ਕੇ, ਕਦੀ ਕੋਈ ਬਿਪਤਾ, ਕਦੀ ਕੋਈ ਬਿਪਤਾ। ਪਰ ਮਹਾਰਾਜ ਕਹਿੰਦੇ ਜਿਹੜਾ ਨਾਮ ਦਾ ਰਸ ਚੱਖ ਲੈਂਦਾ ਉਹਨਾਂ ਨੂੰ ਏਦਾਂ ਮਰ ਮਰ ਕੇ ਨਹੀਂ ਜਿਉਣਾ ਪੈਂਦਾ, ਉਹ ਤਾਂ ਜੀਵਨ ਮੁਕਤੀ ਦੇ ਆਨੰਦ ਵਿੱਚ ਸਦਾ ਜਿਉਂਦਾ ਹੈ। ਅਮਰ ਹੋ ਕੇ ਅਮਰ ਹੋਵੈ ਜੋ ਨਾਮ ਰਸ ਪਾਵੈ। ਜਿਹੜਾ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਲੈਂਦਾ ਉਹ ਅਮਰ ਹੋ ਜਾਂਦਾ ਹੈ। ਜ਼ਿੰਦਗੀ 'ਚ ਵੀ
ਤੇ ਫਿਰ ਜੂਨੀਆਂ 'ਚ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਨਾਮ ਨਿਧਾਨ ਤਿਸ ਹੈ ਪ੍ਰਾਪਤ। ਪਰ ਇਹ ਵਾਹਿਗੁਰੂ ਦਾ ਜੋ ਨਾਮ ਨਿਧਾਨ ਖਜ਼ਾਨਾ ਹੈ, ਸਭ ਸੁਖ ਆਨੰਦਾਂ ਦੇ ਦੇਣ ਵਾਲਾ, ਇਹ ਉਸੇ ਪੁਰਖ ਨੂੰ ਹੀ ਪ੍ਰਾਪਤ ਹੋਇਆ ਹੁੰਦਾ ਏ। ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਜਿਸ ਦੇ ਹਿਰਦੇ ਮਨ ਵਿੱਚ ਇਹ ਪਿਆਰੇ ਜੀ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਵਸ ਜਾਂਦਾ ਹੈ, ਜਿਹਦੇ ਦਿਲ ਵਿੱਚ ਗੁਰਾਂ ਦਾ ਸ਼ਬਦ ਵਸਿਆ, ਜਿਹਦੇ ਅੰਦਰ ਗੁਰੂ ਸਾਹਿਬ ਦੀ ਸਿੱਖਿਆ ਵਸ ਗਈ ਹੈ ਨਾ, ਉਹੀ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਕਰਦਾ। ਜਿਹਨੇ ਮਹਾਰਾਜ ਦਾ ਬਚਨ ਸੁਣਿਆ ਤੇ ਸੁਣ ਕੇ ਵੀ ਅਣਸੁਣਿਆ ਹੀ ਕਰਤਾ, ਉਹ ਕਿੱਥੇ ਜੀ ਸਾਡੇ ਕੋਲ ਕਿੱਥੇ ਸਮਾਂ ਹੁੰਦਾ। ਇਹ ਤਾਂ ਐਵੇਂ ਹੀ ਹੈ, ਇੱਧਰ ਉੱਧਰ ਦੀ ਗੱਲ ਕਰ ਛੱਡੀ, ਉਹਨੂੰ ਨਹੀਂ ਮਿਲਦਾ ਆਨੰਦ। ਇਹ ਨਾਮ ਦਾ ਖਜ਼ਾਨਾ ਹੈ, ਭਾਵ ਨਾਮ ਵਿੱਚ ਹੀ ਸਭ ਕੁਝ। ਜੇ ਜੋ ਕੁਝ ਵੀ ਦੁਨੀਆ ਦੀ ਖਾਹਿਸ਼ ਹੈ, ਇਹਦੇ ਸਮੇਤ ਸੰਸਾਰ ਤੋਂ ਲੈ ਕੇ ਇਸ ਪਤਾਲਪੁਰੀ ਤੋਂ, ਫਿਰ ਮਾਤ ਲੋਕ ਤੋਂ ਲੈ ਕਰਕੇ ਤੇ ਸੱਚਖੰਡ ਤੀਕਰ ਜੋ ਕੁਝ ਵੀ ਦੁਨੀਆ ਦੀਆਂ ਵਸਤੂਆਂ, ਸੰਸਾਰੀ ਕਾਰਜ ਤੇ ਬ੍ਰਹਮ ਗਿਆਨ ਦੀ ਅਵਸਥਾ, ਸਾਰਾ ਕੁਝ ਹੀ ਨਾਮ ਵਿੱਚ ਰੱਖਿਆ। ਨਾਮ ਜਪਣ ਵਾਲੇ ਦੇ ਦੁਨਿਆਵੀ ਕੰਮ ਵੀ ਆਪਣੇ ਆਪ ਸੁਧਰ ਜਾਂਦੇ ਨੇ, ਤੇ ਨਾਮ ਜਪਣ ਵਾਲੇ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਖਜ਼ਾਨਾ ਹੈ ਨਾਮ। ਪਰ ਮਿਲਦਾ ਉਹਨੂੰ ਹੈ ਜਿਹਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਿਆ ਹੈ, ਜਿਹੜਾ ਗੁਰੂ ਸਾਹਿਬ ਦੀ ਬਾਣੀ ਦੇ ਅਨੁਸਾਰ ਹੀ ਜੀਵਨ ਜਿਉਂਦਾ ਬਤੀਤ ਕਰਦਾ ਹੈ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਹਨਾ। ਤੇ ਪੰਚਮ ਪਾਤਸ਼ਾਹ ਕਹਿੰਦੇ ਫਿਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਕੋਲੋਂ ਨਾਮ ਲੈ ਕੇ ਨਾਮ ਜਪਿਆ, ਨਾਮ ਜਪਦਿਆਂ ਹਰੀ ਦੇ ਨਾਮ ਦੇ ਰਸ ਨੂੰ ਪਾਇਆ ਹੈ। ਜਿਨ ਹਰ ਰਸ, ਜਿਸ ਵੀ ਪੁਰਖ ਨੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਮਾਣਿਆ, ਆਨੰਦ ਨੂੰ ਪਾ ਲਿਆ ਹੈ, ਸੋ ਤ੍ਰਿਪਤ ਅਗਾਨਾ, ਉਹ ਆਤਮ ਤ੍ਰਿਪਤੀ ਕਰਕੇ ਚੰਗੀ ਤਰ੍ਹਾਂ ਅਗਾਨਾ ਰੱਜ ਗਿਆ ਹੈ। ਉਹ ਬਿਲਕੁਲ ਸੰਤੁਸ਼ਟ ਹੋ ਗਿਆ ਹੈ। ਜਿਵੇਂ ਆਪਾਂ ਕਈ ਰਹੇ ਦ੍ਰਿਸ਼ਟਾਂਤ ਭਾਵੇਂ ਪਹਿਲਾਂ ਵਿਚਾਰਿਆ ਵੀ ਇੱਕ ਜਿਵੇਂ ਕੋਈ ਪ੍ਰਸ਼ਾਦਾ ਛਕੇ ਢਿੱਡ ਭਰ ਜਾਵੇ ਪਰ ਨੀਤ ਨਾ ਭਰੇ। ਕੋਈ ਪੁੱਛੇ ਵੀ ਛਕੋਗੇ ਹੋਰ ਪਦਾਰਥ ਕੋਈ ਵਧੀਆ ਬਣਿਆ ਹੋਵੇ, ਕਹਿੰਦਾ ਵੀ ਢਿੱਡ ਭਰ ਗਿਆ, ਛਕਣ ਦੀ ਤੇ ਹੋਰ ਇੱਛਾ ਸੀ। ਇਹਦਾ ਭਾਵ ਹੈ ਵੀ ਢਿੱਡ ਦੇ ਵਿੱਚ ਤਾਂ ਥਾਂ ਨਹੀਂ ਹੈ ਪਰ ਮਨ ਹੋਰ ਚਾਹੁੰਦਾ ਹੈ। ਪਰ ਜਿਹੜਾ ਤ੍ਰਿਪਤ ਅਗਾਨਾ ਤੋਂ ਭਾਵ ਹੈ ਵੀ ਤ੍ਰਿਪਤ ਵੀ ਹੋ ਗਏ ਹੈ, ਵੀ ਅੰਦਰੋਂ ਵੀ ਰੱਜ ਗਏ ਆ, ਤੇ ਫਿਰ ਪੂਰਨ ਸੰਤੁਸ਼ਟੀ ਵੀ ਹੋ ਗਈ ਹੈ। ਹੁਣ ਕੋਈ ਖਾਹਿਸ਼ ਰਹਿ ਹੀ ਨਹੀਂ ਗਈ। ਜਿਨ੍ਹਾਂ ਨੇ ਨਾਮ ਦਾ ਰਸ ਪਾ ਲਿਆ ਉਹ ਸਾਧ ਸੰਗਤ ਦੁਨੀਆ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ, ਤੇ ਉਹ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਨਾ ਰੱਜ ਗਏ। ਨਾ ਉਹਨਾਂ ਨੂੰ ਕੋਈ ਬ੍ਰਹਮ ਲੋਕ ਦੇ ਭੋਗਾਂ ਦੀ ਇੱਛਾ ਰਹਿ ਗਈ, ਨਾ ਸੰਸਾਰ ਦੇ ਭੋਗਾਂ ਦੀ ਇੱਛਾ ਰਹਿ ਗਈ। ਨਾਮ ਨਾਲ ਹੀ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ। ਜਿਨ ਹਰ ਸਾਧ ਪਾਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹਦੇ ਵਿੱਚੋਂ ਸਵਾਦ ਕੀ ਰਸ ਆਨੰਦ ਨੂੰ ਪਾਇਆ ਹੈ, ਨਾਮ ਦੇ ਨੂੰ, ਸੋ ਨਾਹੇ ਡੁਲਾਨਾ। ਮਹਾਰਾਜ ਸਾਹਿਬ ਕਹਿੰਦੇ ਸੋ ਉਹ ਪੁਰਖ ਜਿਹੜਾ ਹੈ ਨਾ, ਨਾਹੇ ਡੋਲਾਨਾ, ਉਹ ਕਦੀ ਡੋਲਦਾ ਨਹੀਂ। ਫਿਰ ਵਿਸ਼ੇ ਵਿਕਾਰਾਂ ਦੇ ਵਿੱਚ, ਮਾਇਆ ਵਿੱਚ ਡੋਲਦਾ ਨਹੀਂ ਹੈ। ਇੱਕ ਵਾਰ ਜਿਹੜੀ ਅਵਸਥਾ ਮਿਲ ਗਈ ਹੈ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਕਹਿੰਦੇ ਐ ਰੱਜ ਗਿਆ, ਹੁਣ ਨਹੀਂ ਡੋਲਦਾ। ਪੈਸੇ ਵੇਖ ਕੇ ਪਹਿਲਾਂ ਡੋਲ ਜਾਂਦਾ ਸੀ, ਕਹਿੰਦਾ ਫਿਰ ਕੀ ਹੈ, ਜ਼ਮੀਨ ਵੇਚ ਦੇਣੀ, ਮਾਇਆ ਪਿੱਛੇ ਸਭ ਕੁਝ ਧਰਮ ਹਾਰ ਜਾਣਾ, ਵਕਾਰ ਭੋਗਣ ਦੇ ਲਈ ਰਹਿਤ ਮਰਿਆਦਾ ਨੂੰ ਕਹਿਣਾ ਕੋਈ ਗੱਲ ਨਹੀਂ, ਕੁਝ ਨਹੀਂ ਹੁੰਦਾ, ਐਵੇਂ ਗੱਲਾਂ ਹੀ ਹਨ। ਵਿਸ਼ੇ ਭੋਗ ਲਏ, ਵਕਾਰ ਪੂਰੇ ਕਰ ਲਏ, ਖਾਹਿਸ਼ਾਂ ਕਰ ਲਈਆਂ, ਮਾਇਆ ਪਿੱਛੇ ਦੌੜਦਾ ਰਿਹਾ। ਇਹ ਜੀਵਨ ਡੋਲਣ ਵਾਲਾ ਹੈ। ਪਰ ਜਿਨ੍ਹਾਂ ਨੂੰ ਨਾਮ ਦਾ ਆਨੰਦ ਆਇਆ, ਉਹਨਾਂ ਦੀ ਪਹਿਲੀ ਨਿਸ਼ਾਨੀ ਹੀ ਇਹ ਹੈ ਵੀ ਉਹ ਡੋਲਦੇ ਹੀ ਨਹੀਂ। ਫਿਰ ਨਾ ਮਾਇਆ ਪਿੱਛੇ ਡੋਲਦੇ ਆ, ਨਾ ਕੋਈ ਲਾਲਚ ਉਹਨਾਂ ਨੂੰ ਡਲਾ ਸਕਦਾ ਹੈ, ਨਾ ਵਿਕਾਰਾਂ ਪਿੱਛੇ ਡੋਲਦੇ ਆ। ਸਦਾ ਆਪਣੀ ਉਹ ਆਨੰਦ ਦੀ ਅਵਸਥਾ ਤੇ ਦ੍ਰਿੜ ਹੋਏ ਰਹਿੰਦੇ ਹਨ। ਤਿਸ ਹੈ ਪ੍ਰਾਪਤ ਹਰ ਹਰ ਨਾਮਾ। ਪਰ ਵਾਹਿਗੁਰੂ ਦਾ ਹਰ ਹਰ ਪਰਮੇਸ਼ਰ ਦਾ ਜੋ ਨਾਮ ਹੈ, ਸਭ ਨੂੰ ਹਰੇ ਪਰੇ ਕਰਨ ਵਾਲਾ, ਸਭ ਦੇ ਪਾਪ ਦੁੱਖ ਹਰ ਲੈਣ ਵਾਲਾ, ਦੂਰ ਕਰ ਦੇਣ ਵਾਲਾ, ਇਹ ਨਾਮ ਉਸੇ ਹੀ ਜੀਵ ਨੂੰ ਪੁਰਖ ਨੂੰ ਪ੍ਰਾਪਤ ਹੁੰਦਾ ਹੈ ਜੀ। ਜਿਸ ਮਸਤਕ ਭਾਗੀਠਾ ਜੀਓ। ਇਹ ਪਿਆਰੇ ਜੀ, ਜਿਸ ਪੁਰਖ ਦੇ ਮੱਥੇ ਦੇ ਭਾਗ ਈਠਾ, ਭਾਗ ਈਠਾ ਦੋ ਸ਼ਬਦਾਂ ਦਾ ਮੇਲ ਹੈ ਵੀ ਜਿਹਦੇ ਮੱਥੇ ਦੇ ਭਾਗ ਪਿਆਰੇ ਹਨ, ਭਾਵ ਕਿ ਜਿਸ ਦੇ ਮੱਥੇ ਦੇ
ਸ਼ੁਭ ਭਾਗ ਚੰਗੇ ਲੇਖ ਧੁਰੋਂ ਲਿਖੇ ਨੇ। ਵਾਹਿਗੁਰੂ ਦਾ ਨਾਮ ਜਪਣਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਹਰ ਇਕਸ ਹੱਥ ਆਇਆ। ਹਰੀ ਪਰਮੇਸ਼ਰ ਦਾ ਜੋ ਨਾਮ ਹੈ ਨਾ, ਇੱਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੋ ਪੂਰਨ ਪਰਮੇਸ਼ਰ ਦਾ ਰੂਪ ਨੇ। ਇਹ ਨਾਮ ਦਾ ਨਿਧਾਨ ਖਜ਼ਾਨਾ ਇੱਕ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਆਇਆ ਹੈ। ਭਾਵ ਗੁਰੂ ਨਾਨਕ ਦੇਵ ਸਾਹਿਬ ਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ ਏ। ਵਰਸਾਣੇ ਬਹੁ ਤੇਰੇ। ਤੇ ਉਸ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਬਹੁਤ ਹੀ ਜਿਹੜੇ ਜੀਵ ਹਨ ਵਰਸਾਣੇ ਵਰੋਸਾਏ ਗਏ ਨੇ। ਬਹੁਤਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਲਾਭ ਪ੍ਰਾਪਤ ਕੀਤਾ ਹੈ। ਨਾਮ ਦਾ ਖਜ਼ਾਨਾ ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਕੋਲ ਹੈ, ਪਰ ਸਤਿਗੁਰੂ ਸਾਹਿਬ ਦੇ ਅੱਗੇ ਤੋਂ ਅੱਗੇ ਬਹੁਤ ਜੀਵ ਲਾਭ ਲੈ ਗਏ। ਬਹੁਤ ਹੀ ਮਹਾਰਾਜ ਸਾਹਿਬ ਜੀ ਨੇ ਤਾਰ ਦਿੱਤੇ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਣਾਤ ਹੈ। ਜਿਵੇਂ ਕਿਸੇ ਕਵੀ ਨੇ ਕਿਹਾ ਵੀ ਭਾਵੇਂ ਤਾਰਿਆਂ ਨੂੰ ਗਿਣਨਾ ਔਖਾ ਤਾਂ ਹੈ, ਪਰ ਕੋਈ ਹੋ ਸਕਦਾ ਗਿਣ ਸਕਦਾ ਕਿਸੇ ਸਮੇਂ ਕੋਈ ਯਤਨ ਕਰਕੇ। ਪਰ ਹੇ ਸਤਿਗੁਰੂ ਨਾਨਕ ਦੇਵ ਸਾਹਿਬ, ਜਿੰਨਿਆਂ ਕੁ ਜੀਵਾਂ ਦੀ ਤੁਸੀਂ ਕਲਿਆਣ ਕੀਤੀ ਹੈ ਗੁਪਤ ਪ੍ਰਗਟ ਰੂਪ ਦੇ ਵਿੱਚ, ਉਹ ਤੇਰੇ ਤਾਰੇ ਹੋਏ ਜਿਹੜੇ ਹਨ ਕਲਿਆਣ ਕੀਤੇ, ਉਹਨਾਂ ਨੂੰ ਕੋਈ ਗਿਣ ਹੀ ਨਹੀਂ ਸਕਦਾ। ਸੋ ਇਸ ਤਰ੍ਹਾਂ ਬਹੁਤ ਹੀ ਵਰੋਸਾਏ ਗਏ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ। ਇਸ ਲਗ ਮੁਕਤ ਭਏ ਕਣੇਰੇ। ਇਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸ਼ਰਨ ਲੱਗ ਕੇ, ਗੁਰੂ ਦੇ ਬਖਸ਼ੇ ਨਾਮ ਦੇ ਨਾਲ ਜੁੜ ਕੇ, ਨਾਮ ਦਾ ਅਭਿਆਸ ਕਰਕੇ ਕਣੇਰੇ ਬਹੁਤ ਹੀ ਜੀਵਨ ਮੁਕਤ ਹੋ ਗਏ ਹਨ। ਨਾਮ ਨਿਧਾਨਾ ਗੁਰਮੁਖ ਪਾਈਐ। ਫਿਰ ਪੜਿਓ ਹਰ ਇਕਸ ਹੱਥ ਆਇਆ। ਇਹ ਜੋ ਹਰੀ ਪਰਮੇਸ਼ਰ ਦਾ ਨਾਮ ਹੈ ਨਾ, ਕਿਸੇ ਕਹਿੰਦੇ ਇੱਕ ਵਿਰਲੇ ਗੁਰਮੁਖ ਦੇ ਨਾਮ ਅਭਿਆਸੀ ਦੇ ਅੰਤःਕਰਨ ਰੂਪੀ ਹੱਥ ਵਿੱਚ ਆ ਕੇ ਪ੍ਰਾਪਤ ਹੋਇਆ। ਵਸਿਆ ਤਾਂ ਕਿਸੇ ਇੱਕ ਗੁਰਮੁਖ ਦੇ ਅੰਦਰ ਹੀ ਹੈ ਪਰਮੇਸ਼ਰ ਦਾ ਨਾਮ ਭਾਵੇਂ। ਵਰਸਾਣੇ ਬਹੁ ਤੇਰੇ। ਪਰ ਉਹ ਗੁਰਮੁਖਾਂ ਤੋਂ ਬਹੁਤ ਹੀ ਵਰੋਸਾਏ ਗਏ ਹਨ। ਸਾਧ ਸੰਗਤ ਕੋਈ ਇੱਕ ਗੁਰਮੁਖ ਹੁੰਦਾ, ਜਿਵੇਂ ਕਿਤੇ ਵੀ ਆਪਾਂ ਜਦੋਂ ਝਾਤ ਮਾਰੀਏ ਇੱਕ ਗੁਰਮੁਖ ਪਿਆਰੇ ਹੁੰਦੇ ਹਨ, ਉਹਨਾਂ ਤੋਂ ਕਿੰਨੇ ਜਾਣੇ ਲਾਭ ਲੈ ਲੈਂਦੇ, ਕੋਈ ਨਾਮ ਜਪਦੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਭਾਈ ਮਨੀ ਸਿੰਘ ਜੀ ਵਰੋਸਾਏ ਗਏ, ਤੇ ਭਾਈ ਮਨੀ ਸਿੰਘ ਜੀ ਤੋਂ ਅੱਗੇ ਕਿੰਨੇ ਵਰੋਸਾਏ ਗਏ, ਕਿੰਨਿਆਂ ਗੁਰਬਾਣੀ ਦਾ ਲਾਭ ਲਿਆ। ਬਾਬਾ ਦੀਪ ਸਿੰਘ ਜੀ ਨੇ ਵੀ ਭਾਈ ਮਨੀ ਸਿੰਘ ਜੀ ਦੇ ਕੋਲੋਂ ਗੁਰਬਾਣੀ ਦੀ ਸਿੱਖਿਆ ਲਈ ਸੀ। ਆਨੰਦਪੁਰ ਸਾਹਿਬ ਰਹਿੰਦੇ ਹਾਂ। ਫਿਰ ਭਾਈ ਮਨੀ ਸਿੰਘ ਤੋਂ ਹੋਰ ਵੀ ਕਈ ਗੁਰਮੁਖਾਂ ਨੇ ਵਿੱਦਿਆ ਲਈ। ਉਹਨਾਂ ਤੋਂ ਅੱਗੇ ਜਿਵੇਂ ਬਾਬਾ ਦੀਪ ਸਿੰਘ ਨੇ, ਉਹਨਾਂ ਤੋਂ ਅੱਗੇ ਹੋਰ ਗੁਰਮੁਖਾਂ ਨੇ ਹੋਰ ਉਹ ਗੁਰਬਾਣੀ ਦਾ ਪ੍ਰਚਾਰ ਸਾਰੇ ਸਿੱਖ ਜਗਤ ਵਿੱਚ ਹੋ ਗਿਆ। ਕਿੰਨੇ ਸਿੱਖਾਂ ਨੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅੱਗੇ ਗੁਰਮੁਖ ਵਰੋਸਾਏ ਗਏ, ਉਹਨਾਂ ਨੂੰ ਨਾਮ ਗੁਰਬਾਣੀ ਦਾ ਖਜ਼ਾਨਾ ਮਿਲ ਗਿਆ। ਉਹਨਾਂ ਨੇ ਅੱਗੇ ਖੋਲ੍ਹਤਾ ਸਾਰਿਆਂ ਦੇ ਸਾਹਮਣੇ। ਕਹਿੰਦੇ ਆਓ ਖਾਓ ਖਰਚੋ, ਕਹਿੰਦੇ ਖਾਓ ਵੀ ਆਪ ਵੀ ਧਾਰਨ ਕਰੋ, ਖਰਚੋ ਹੋਰਾਂ ਨੂੰ ਕਹਿੰਦੇ ਧਾਰਨ ਕਰਾਓ। ਰਲ ਮਿਲ ਕੇ ਭਾਈਆਂ ਦੇ ਵਾਂਗ, ਜਿਵੇਂ ਇੱਕ ਬਾਪ ਦੇ ਜਾਏ ਭਰਾ ਇੱਕੋ ਜਿਹਾ ਹਿੱਸਾ ਹੱਕ ਰੱਖਦੇ ਨੇ ਨਾ, ਕਹਿੰਦੇ ਵੀ ਮਿਲਿਆ ਭਾਵੇਂ ਸਾਨੂੰ ਆ, ਤੁਸੀਂ ਸਾਰੇ ਬਰਾਬਰ ਦਾ ਇਹ ਨਾਮ ਦਾ ਖਜ਼ਾਨਾ ਵੰਡ ਲਓ। ਬੜੇ ਗੁਰਮੁਖ ਹੋਏ ਨੇ ਪਿਆਰੇ। ਭਾਈ ਮਨੀ ਸਿੰਘ ਤੋਂ ਕਿੰਨੇ ਵਰੋਸਾਏ ਗਏ, ਉਹਨਾਂ ਤੋਂ ਬਾਬਾ ਦੀਪ ਸਿੰਘ ਵਰੋਸਾਏ ਗਏ, ਉਹਨਾਂ ਤੋਂ ਅੱਗੇ ਹੋਰ ਗੁਰਮੁਖ ਵਰੋਸਾਏ ਗਏ। ਬਾਬਾ ਮਿੱਤ ਸਿੰਘ ਹੋਏ ਨੇ ਹਜੂਰ ਸਾਹਿਬ। ਬਹੁਤ ਉਹਨਾਂ ਦੀ ਕਮਾਈ ਸੀ। ਹਜੂਰ ਸਾਹਿਬ ਦੀ ਧਰਤੀ ਤੇ ਜਾ ਕੇ ਉਹਨਾਂ ਦਾ ਕੋਈ ਨਾਮ ਲੈ ਦੇਵੇ, ਸਤਿਕਾਰ ਨਾਲ ਸਿਰ ਝੁਕਾ ਦਿੰਦੇ ਨੇ ਲੋਕ। ਬੜਿਆ ਉਹਨਾਂ ਨੇ ਗੁਰਮੁਖਾਂ ਨੂੰ ਵਰੋਸਾਇਆ, ਨਾਮ ਦੇ ਕੇ, ਸਿੱਖੀ ਦੀ ਦਾਤ ਦੇ ਕਰਕੇ। ਅੱਗੇ ਤੋਂ ਅੱਗੇ ਕਿੰਨੇ ਗੁਰਸਿੱਖ ਬਣਾ ਦਿੱਤੇ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਸਾਧ ਸੰਗਤ, ਕਈ ਲੱਖਾਂ ਲੋਕਾਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਉਸ ਵੇਲੇ ਜਿਸ ਵੇਲੇ ਲੋਕ ਚਾਦਰੇ ਜੇ ਬੰਨ੍ਹ ਕੇ ਤੇ ਇੱਧਰ ਹੋਰ ਹੀ ਕੰਮ ਜੇ ਕਰਨ ਵਿੱਚ ਮਸਤ ਸਨ, ਨਾਮ ਬਾਣੀ ਵਾਲੇ ਪਾਸੇ ਤੇ ਅੰਮ੍ਰਿਤ ਵਾਲੇ ਪਾਸੇ ਘੱਟ ਹੀ ਆਉਂਦੇ ਸਨ। ਤੇ ਉਹਨਾਂ ਨੇ ਕਿੱਥੋਂ ਛਕਿਆ ਅੰਮ੍ਰਿਤ? ਉਹਨਾਂ ਨੇ ਇੱਥੇ ਬਾਬਾ ਗੁਰਮੁਖ ਸਿੰਘ ਸਾਹਿਬ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨਾਂ ਦੀ ਸੇਵਾ ਕੀਤੀ ਹੈ, ਬਾਬਾ ਗੁਰਮੁਖ ਸਿੰਘ ਜੀ ਵੇਖੋ, ਇੱਕ ਉਹਨਾਂ ਦੇ ਕੋਲ ਨਾਮ ਦਾ ਖਜ਼ਾਨਾ ਆਇਆ, ਤਰਨੇ ਦਲ ਦੇ 10ਵੇਂ ਜਥੇਦਾਰ। ਉਹਨਾਂ ਤੋਂ ਫਿਰ ਸਾਧ ਸੰਗਤ ਜੀ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਅੰਮ੍ਰਿਤ ਛਕ ਕੇ ਵਰੋਸਾਏ ਗਏ। ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਅੰਮ੍ਰਿਤ ਛਕ ਕੇ ਵਰੋਸਾਏ ਗਏ। ਹੋਰ ਵੀ ਪਤਾ ਨਹੀਂ ਕਿੰਨੇ ਕੁ ਗੁਰਮੁਖ ਪਿਆਰੇ ਵਰੋਸਾਏ ਗਏ। ਬਾਬਾ ਬਿਸ਼ਨ ਸਿੰਘ ਜੀ ਵਰੋਸਾਏ ਗਏ।
ਜਿਨ੍ਹਾਂ ਨੇ ਇਸ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਸਥਾਨਾਂ ਨੂੰ ਸੋਨੇ ਨਾਲ ਹੀ ਲਿਪ ਦਿੱਤਾ। ਜਦੋਂ ਅੱਠੀ ਪੈਰੀ ਆਪ ਪ੍ਰਸ਼ਾਦਾ ਛਕਦੇ ਸਨ, ਮਿਲਦਾ ਹੀ ਨਹੀਂ ਸੀ ਅੱਠੀ ਪੈਰੀ ਖਾਣ ਨੂੰ ਇੱਕ ਅੱਧਾ ਪ੍ਰਸ਼ਾਦਾ ਮਿਲਦਾ, ਪਰ ਐਸੇ ਹਾਲਾਤਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਸੋਨੇ ਨਾਲ ਲਿੰਬ ਦਿੱਤੇ। ਕਿੰਨਿਆਂ ਨੂੰ ਉਹਨਾਂ ਨੇ ਅੱਗੇ ਤੋਂ ਅੱਗੇ ਸਿੱਖੀ ਦੀ ਦਾਤ ਦਿੱਤੀ। ਅਨੇਕਾਂ ਹੀ ਗੁਰਸਿੱਖ ਬਣਾਏ ਜਿਹੜੇ ਸਿੰਘਾਂ ਨੂੰ ਕੋਲ ਰੱਖਦੇ ਸਨ। ਜਦੋਂ ਵਿਆਹੁਣ ਦੇ ਯੋਗ ਹੋ ਜਾਂਦੇ ਫਿਰ ਘਰਾਂ 'ਚ ਗ੍ਰਿਸ਼ਤੀ ਬਣਾ ਕੇ ਭੇਜ ਦਿੰਦੇ ਵੀ ਸੇਵਾ ਤੇ ਆਇਓ, ਘਰੇ ਰਹੋ, ਆਪਣਾ ਕੰਮ ਕਰੋ। ਫਿਰ ਉਹਨਾਂ ਦੇ ਅੱਗੇ ਤੋਂ ਅੱਗੇ ਪਰਿਵਾਰ, ਫਿਰ ਅੱਗੇ ਤੋਂ ਅੱਗੇ 4-4 ਪੀੜ੍ਹੀਆਂ ਹੋ ਗਈਆਂ ਹਨ ਸਤਿਗੁਰੂ ਦੀ ਕਿਰਪਾ ਨਾਲ। ਐਸੇ ਗੁਰਮੁਖਾਂ ਤੋਂ ਜਿਹੜੇ ਵਰਸਾਏ ਨੇ ਸਾਡੇ ਬਜ਼ੁਰਗ, ਉਹ ਤੋਂ ਅੱਗੇ ਉਹੀ ਨਾਮ ਬਾਣੀ ਬਾਣਾ ਪ੍ਰਾਪਤ ਹੋਇਆ ਹੈ। ਸੋ ਇੱਥੇ ਕੋਈ ਇਸ ਇੱਕ ਮਹਾਂਪੁਰਖ ਦੀ ਗੱਲ ਨਹੀਂ, ਭਾਵ ਜਿੱਧਰ ਵੀ ਝਾਤ ਮਾਰੀਏ ਨਾ, ਜਿਹੜੇ ਗੁਰਮੁਖ ਪਿਆਰੇ ਨਾਮ ਅਭਿਆਸੀ ਨੇ, ਉਹਨਾਂ ਇੱਕ ਤੇ ਕਿਸੇ ਦੇ ਬਖਸ਼ਿਸ਼ ਹੋਈ ਹੈ, ਉਹਨਾਂ ਨੇ ਫਿਰ ਅੱਗੇ ਬਹੁਤ ਵਰਸਾ ਦਿੱਤੇ ਆ, ਬਹੁਤਿਆਂ ਦੀ ਹੀ ਕਲਿਆਣ ਕਰ ਦਿੱਤੀ ਹੈ। ਸੋ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਣਾਏ ਰਹੇ ਨੇ ਵੀ ਇੱਕ ਕਿਸੇ ਗੁਰਮੁਖ ਦੇ ਹੱਥ ਦੇ ਵਿੱਚ ਹਰੀ ਦਾ ਨਾਮ ਰੂਪੀ ਖਜ਼ਾਨਾ, ਬਖਸ਼ਿਸ਼ਾਂ ਦਾ ਖਜ਼ਾਨਾ ਆਇਆ ਹੈ, ਪਰ ਉਹਨਾਂ ਲੁਕੋ ਕੇ ਨਹੀਂ ਰੱਖਿਆ। ਬਹੁਤੇ ਉਹਨਾਂ ਤੋਂ ਲਾਭ ਲੈ ਗਏ, ਬਹੁਤ ਹੀ ਅੱਗੇ ਵਰੋਸਾਏ ਗਏ। ਇਸ ਲਗ ਮੁਕਤ ਭਏ ਕਣੇਰੇ। ਤੇ ਜਿਹੜੇ ਉਹਨਾਂ ਤੋਂ ਵਰੋਸਾਏ ਨੇ ਗੁਰੂ ਨਾਨਕ ਦੇਵ ਸਾਹਿਬ ਤੋਂ ਜਾਂ ਗੁਰਮੁਖਾਂ ਤੋਂ ਅੱਗੇ ਜਿਨ੍ਹਾਂ ਨੇ ਲਾਭ ਲਿਆ, ਉਹ ਲਾਭ ਲੈਣ ਵਾਲਿਆਂ ਤੋਂ ਹੋਰ ਅੱਗੇ ਉਹਨਾਂ ਦੀ ਸ਼ਰਨ ਵਿੱਚ ਲੱਗ ਕੇ ਬਹੁਤੇ ਘਨੇਰੇ ਜੀਵ ਮੁਕਤ ਹੋ ਗਏ ਸੰਸਾਰ ਤੋਂ। ਨਾਮ ਨਿਧਾਨਾ ਗੁਰਮੁਖ ਪਾਈਐ। ਸੋ ਇਸ ਪ੍ਰਕਾਰ ਦੇ ਨਾਲ ਭਾਈਏ ਵਾਹਿਗੁਰੂ ਦਾ ਨਾਮ ਇੱਕ ਖਜ਼ਾਨਾ ਹੀ ਹੈ, ਪਰ ਇਹ ਗੁਰਮੁਖਾਂ ਦੀ ਸੰਗਤ ਕਰਦਿਆਂ ਹੋਇਆ ਗੁਰੂ ਸਾਹਿਬ ਪਾਸੋਂ ਪ੍ਰਾਪਤ ਕਰੀਦਾ ਹੈ। ਕਹੋ ਨਾਨਕ ਵਿਰਲੀ ਡੀਠਾ ਜੀਓ। ਪਰ ਕਹਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਪੰਜਵੇਂ ਰੂਪ ਵਿੱਚ ਵੀ ਕਿਸੇ ਵਿਰਲੀ ਡੀਠਾ ਜੀ, ਇਹ ਨਾਮ ਖਜ਼ਾਨਾ ਹੈ ਪਿਆਰੇ ਜੀ, ਕਿਸੇ ਵਿਰਲੇ ਨੇ ਡਿੱਠਾ ਕੀ ਹੈ, ਪ੍ਰਾਪਤ ਕੀਤਾ ਹੈ, ਆਪਣੇ ਅੰਦਰ ਵਸਿਆ ਹੋਇਆ ਕਿਸੇ ਵਿਰਲੇ ਨੇ ਵੇਖਿਆ ਜਿਹੜਾ ਕੋਈ ਗੁਰੂ ਦੀ ਸੰਗਤ ਕਰਦਾ ਹੈ, ਜਾਂ ਨਾਮ ਜਪ ਕੇ ਕਿਸੇ ਵਿਰਲੇ ਨੇ ਵਾਹਿਗੁਰੂ ਨੂੰ ਵੇਖਿਆ ਹੈ। ਮਾਝ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਨਿਧ ਸਿੱਧ ਰਿੱਧ ਹਰ 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 ਮੇਰਾ। ਸਤਿਗੁਰੂ ਸਾਹਿਬ ਦੇ ਕੋਲ ਕੋਈ ਜੋਗੀ ਆਇਆ, ਉਹਨੇ ਆਖਿਆ ਜੀ ਜੋਗ ਸਾਧਨਾ ਕਰੀਏ ਤਾਂ ਸਭ ਨਿਧੀਆਂ ਸਿੱਧੀਆਂ ਤੇ ਰਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਕੋਈ ਬੰਦਗੀ ਕਰਦਾ ਹੈ, ਕਹਿੰਦਾ ਵੀ ਮੈਨੂੰ ਨਿਧੀਆਂ ਪ੍ਰਾਪਤ ਹੋਣ, ਹੀਰੇ ਜਵਾਹਰਾਤ ਮਾਇਆ ਆਦਿਕ, ਇਹ ਸਾਧ ਸੰਗਤ ਜੀ 9 ਨਿਧੀਆਂ ਗਿਣੀਆਂ ਗਈਆਂ ਨੇ ਵੀ ਮਾਇਆ ਹੀ ਮਾਇਆ ਹੋਵੇ, ਪਾਲਕੀਆਂ ਹੋਣ, ਚੰਗੀਆਂ ਸਵਾਰੀਆਂ ਹੋਣ, ਪੈਸਾ ਖੁੱਲ੍ਹਾ ਹੋਵੇ, ਵੀ ਮੈਨੂੰ ਸਭ ਨਿਧੀਆਂ ਪ੍ਰਾਪਤ ਹੋ ਜਾਣ। ਸਿੱਧੀਆਂ ਫਿਰ ਹੁੰਦੀਆਂ 18 ਸ਼ਕਤੀਆਂ, ਐਸੀਆਂ ਸ਼ਕਤੀਆਂ ਵੀ ਜਿਹੜੀਆਂ ਆਮ ਮਨੁੱਖ ਵਿੱਚ ਜਿਹੜੀ ਤਾਕਤ ਨਾ ਹੋਵੇ, ਉਹ ਤੋਂ ਵੱਧ ਕੇ ਅਲੌਕਿਕ ਸ਼ਕਤੀਆਂ ਦਾ ਨਾਮ ਜਿਹੜਾ ਸਿੱਧੀਆਂ ਹੈ। ਅਤੇ ਰਿਧੀਆਂ ਇਹ ਜਿਹੜੀ ਅੰਨ ਦੀ ਅਤੋਟਤਾ ਹੋ ਜਾਣੀ, ਵੀ ਥੋੜਾ ਜਿਹਾ ਕੋਈ ਅੰਨ ਭਾਵੇਂ ਕੋਈ ਰਿੰਨ ਲੇ ਤੇ ਅੱਗੇ ਤੋਂ ਅੱਗੇ ਵੰਡੀ ਜਾਵੇ ਪਰ ਮੁੱਕੇ ਹੀ ਨਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਆਏ ਸੀ ਨਾ, ਭਾਈ ਪੱਲੇ ਦੀ ਬੇਨਤੀ ਮੰਨ ਕੇ ਉਹ ਬੇਨਤੀਆਂ ਕਰਦਾ ਸੀ, ਰੋਜ਼ ਗੁੜ ਦੀ ਰੋੜੀ ਨਾਲ ਭੇਲੀ ਬੰਨ੍ਹਦਾ। ਪੱਲੇ ਨਗਰ ਤੁਹਾਡੇ ਨੇੜੇ ਹੀ, ਇੱਥੇ ਕਹਿੰਦਾ ਮਹਾਰਾਜ ਦੇ ਦਰਸ਼ਨ ਹੋਣ। 6ਵੇਂ ਪਾਤਸ਼ਾਹ ਆ ਗਏ, ਫਿਰ ਜਿਹੜੇ ਲੋਕ ਸਨ ਨਗਰ ਦੇ ਉਹ ਇਹਦੀ ਹਾਨੀ ਕਰਾਉਣ ਦੇ ਲਈ ਇੱਦਾਂ ਦੇ ਹੀ ਹੁੰਦੇ ਸੀ ਲੋਕ, ਜਿਹੜੇ ਪਿੰਡਾਂ ਥਾਵਾਂ ਦੇ ਕੋਈ ਇੱਕ ਅੱਧਾ ਹੀ ਗੁਰਮੁਖ ਹੁੰਦਾ ਸੀ, ਬਹੁਤੇ ਗੁਰਮੁਖ ਨੂੰ ਤੰਗ ਹੀ ਕਰਦੇ। ਉਹ ਗੁਰੂ ਸਾਹਿਬ ਜੀ ਆਏ ਤੇ ਸਾਰਾ ਪਿੰਡ ਹੀ ਆ ਗਿਆ। ਉਹ ਇਸ ਕਰਕੇ ਆ ਗਏ, ਕਹਿੰਦੇ ਇਹਦੇ ਘਰ ਵਿੱਚ ਹੈ ਤਾਂ ਕੁਝ ਨਹੀਂ ਹੈ, ਤੇ ਕਹਿੰਦਾ ਵੀ ਮੈਂ ਗੁਰੂ ਦੇ ਚਰਨ ਪਾਉਣੇ ਆ, ਪ੍ਰਸ਼ਾਦਾ ਛਕਾਉਣਾ। ਕਹਿੰਦੇ ਸਾਰੇ ਹੀ ਚਲੋ, ਇਹਦੇ ਕੋਲ ਛਕਾਇਆ ਨਹੀਂ ਜਾਊਗਾ, ਆਪੇ ਇਹਦੀ ਬੇਇੱਜ਼ਤੀ ਹੋਊਗੀ, ਗੁਰੂ ਸਾਹਿਬ ਇਹ ਤੇ ਨਾਰਾਜ਼ ਹੋਣਗੇ ਜੇ ਤੇਰੇ ਕੋਲ ਕੁਝ ਹੈ ਨਹੀਂ ਤਾਂ ਤੂੰ ਫਿਰ ਕਾਹਦੇ ਵਾਸਤੇ ਐਵੇਂ ਨੇਤੀ ਯਾਦ ਕਰਦਾ ਸੀ। ਉਸ ਵੇਲੇ ਥੋੜਾ ਜਿਹਾ ਮਨ 'ਚ ਸ਼ੰਕਾ ਤਾਂ ਆਇਆ, ਪਰ ਗੁਰੂ ਸਾਹਿਬ ਜੀ ਨੇ ਆਖਿਆ ਵੀ ਜੋ ਵਰਤਾਉਣਾ ਹੈ ਨਾ ਲੰਗਰ, ਉਹਦੇ ਵੱਲ ਝਾਕ ਕੇ ਨਹੀਂ ਵੇਖਣਾ, ਬਸ ਵਰਤਾਈ ਜਾਣਾ ਹੈ। ਆਟਾ ਤਾਂ ਥੋੜਾ ਜਿਹਾ ਹੀ ਗੁੰਨਿਆ ਸੀ, ਪਰ ਜੋ ਸਾਰੇ ਪਿੰਡ ਦੇ ਲੋਕ ਛਕਣ ਬੈਠੇ, ਰੱਜ ਕੇ ਸਭ ਨੇ ਖਾ ਲਿਆ, ਫੇਰ ਵੀ ਕਮੀ ਆਈ ਹੋਈ ਨਾ, ਅਤੋਟਤਾ ਹੋ ਗਈ। ਇਹਨੂੰ ਕਹਿ ਦੇਣਾ ਵੀ ਰਿਧੀਆਂ ਪ੍ਰਾਪਤ ਹੋ ਗਈਆਂ, ਵੀ ਕਿਸੇ ਤਰ੍ਹਾਂ ਥੋੜੇ ਅੰਨ ਦੇ ਨਾਲ ਵੀ ਬਹੁਤਿਆਂ ਨੂੰ ਖਵਾ ਦੇਣਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੰਗਰ 'ਚ ਵੀ ਇੱਕ ਜੋਗੀ ਬਹਿ ਗਿਆ ਸੀ ਆ ਕੇ,
ਉਹ ਤਾਂ ਪ੍ਰਸ਼ਾਦੇ ਖਾਈ ਜਾਵੇ, ਮੈਂ ਲੰਗਰ ਮੁਕਾ ਦੇਣਾ। ਸਿੱਖ ਘਾਬਰ ਗਿਆ, ਕਹਿੰਦਾ ਮਹਾਰਾਜ ਉਹ ਤਾਂ ਬਹੁਤ ਜੋਗੀ ਖਾਈ ਜਾਂਦਾ, ਹੁਣ ਕੀ ਕਰੀਏ, ਲੰਗਰ ਨਾ ਕਿਤੇ ਮਸਤਾਨਾ ਹੋ ਜੇ। ਸਾਹਿਬ ਕਹਿੰਦੇ ਵੀ ਨਹੀਂ ਹੁੰਦਾ, ਤੂੰ ਬਸ ਰੱਬ ਦਾ ਨਾਂ ਲੈ ਕੇ ਟੋਕਰੀ ਵੱਲ ਨਹੀਂ ਵੇਖਣਾ, ਇੱਧਰ ਨੂੰ ਵੇਖੇਗਾ ਤੇ ਫੇਰ ਔਖਾ, ਤੂੰ ਅੰਦਰ ਨਹੀਂ ਝਾਕਣਾ, ਉੱਤੇ ਪੜਦਾ ਰਹਿਣ ਦੇਣਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਉਹ ਫਿਰ ਜੋਗੀ ਜਿਹੜਾ ਸੀ ਉਹ ਹੰਭ ਹੀ ਗਿਆ। ਮਹਾਰਾਜ ਨੇ ਐਸੀ ਖੇਡ ਵਰਤਾਈ, ਐਵੇਂ ਅੰਨ ਦੀ ਅਤੋੜਤਾ ਹੋ ਜਾਣੀ, ਇਹਨੂੰ ਰਿਧੀਆਂ ਕਹਿੰਦੇ ਨੇ। ਤੇ ਲੋਕ ਇਹੀ ਚੀਜ਼ਾਂ ਮੰਗਦੇ, ਕੋਈ ਕਹਿੰਦਾ ਸਾਡੇ ਕੋਲ ਮਾਇਆ ਖੁੱਲੀ ਆ ਜਾਵੇ, ਹੀਰੇ ਜਵਾਹਰਾਤ ਹੋਣ, ਕੋਈ ਕਹਿੰਦਾ ਵੀ ਸ਼ਕਤੀਆਂ ਹੋਣ, ਪਾਵਰ 'ਚ ਹੋਈਏ, ਜਿਵੇਂ ਲਾਲ ਬੱਤੀਆਂ ਵੀ ਇੱਕ ਸ਼ਕਤੀ ਹੈ, ਲਾਲ ਬੱਤੀ ਘੁੰਮੇ, ਕੁਰਸੀ ਤੇ ਬੈਠੇ ਹੋਈਏ, ਪਿੰਨ ਸਾਡਾ ਚੱਲੇ, ਜ਼ਬਾਨ ਹਿੱਲੇ, ਲੋਕ ਸਾਡੇ ਗੋਡਿਆਂ ਨੂੰ ਹੱਥ ਲਾਉਣ, ਚਾਪਲੂਸੀਆਂ ਕਰਦੇ ਫਿਰਨ, ਅੱਗੇ ਪਿੱਛੇ ਭੱਜੇ ਫਿਰਨ, ਐਵੇਂ ਨਿਧੀਆਂ ਸਦੀਆਂ ਰਿਧੀਆਂ ਸਾਰੇ ਭਾਲਦੇ ਨੇ। ਜੋਗੀ ਕਹਿੰਦਾ ਮਹਾਰਾਜ ਤੁਸੀਂ ਵੀ ਆ ਜੋਗ ਸਾਧਿਆ ਕਰੋ, ਤੁਹਾਨੂੰ ਵੀ ਇਹ ਸਭ ਕੁਝ ਮਿਲ ਜਾਵੇਗਾ। ਤਾਂ ਉਹਦੇ ਉੱਤਰ ਵਜੋਂ ਗੁਰੂ ਸਾਹਿਬ ਜੀ ਕਹਿੰਦੇ ਵੀ ਆ ਜੋ ਤੂੰ ਕਹਿਣਾ ਹੈ ਨਾ, ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ, ਸਾਡੇ ਕੋਲ ਤਾਂ ਨਿਧ ਸਿੱਧ ਰਿਧ ਹਰ 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 ਮੇਰਾ। ਤਿੰਨ ਵਾਰਾ ਮਹਾਰਾਜ ਨੇ ਹਰ ਸ਼ਬਦ ਕਿਹਾ ਹੈ। ਇਹ ਨਿਧ ਸਿੱਧ ਤੇ ਰਿੱਧ ਦੇ ਨਾਲ, ਹਰ ਤੋਂ ਭਾਵ ਹੈ ਹਰੀ ਦਾ ਨਾਮ ਹੀ, ਮੇਰੇ ਤੋਂ ਭਾਵ ਹੈ ਸਾਡੇ ਕੋਲ, ਸਾਡੇ ਪਾਸ ਹੈ ਭਾਈ, ਮੇਰੇ ਪਾਸ ਤਾਂ ਹਰੀ ਦਾ ਨਾਮ ਹੀ 9 ਨਿਧੀਆਂ ਹਨ, ਦੁਨੀਆ ਦੇ ਸਾਰੇ ਖਜ਼ਾਨੇ ਹਨ। ਸਾਡੇ ਕੋਲ ਜੋ ਪਰਮੇਸ਼ਰ ਹਰੀ ਦਾ ਨਾਮ ਹੈ, ਇਹੀ ਸਾਡੇ ਵਾਸਤੇ ਸਿੱਧੀਆਂ ਸ਼ਕਤੀਆਂ ਨੇ। ਸਾਡੇ ਪਾਸ ਮਹਾਰਾਜ ਕਹਿੰਦੇ ਹਰੀ ਦਾ ਨਾਮ ਹੀ ਸਭ ਰਿਧੀਆਂ ਹਨ, ਅੰਨ ਦੀ ਅਤੋੜਤਾ ਆਦਿਕ, ਭਾਵ ਕਿ ਹਰ ਹਰ ਸਾਡੇ ਕੋਲ, ਹਰ ਹਰ ਪਰਮੇਸ਼ਰ ਹੀ ਨਿਧੀਆਂ ਸਿੱਧੀਆਂ ਰਿਧੀਆਂ ਹਨ, ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਹੈ। ਜਨਮ ਪਦਾਰਥ ਗਹਿਰ ਗੰਭੀਰ ਉਹ ਜੋ ਗਹਿਰ ਨਿਰਹਲ ਤੇ ਗੰਭੀਰ ਹੈ, ਗੰਭੀਰ ਡੂੰਘਾ ਪਰਮੇਸ਼ਰ ਹੈ, ਉਸ ਵਾਹਿਗੁਰੂ ਦੇ ਕੋਲੋਂ ਸਾਨੂੰ ਇਹ ਜਨਮ ਪਦਾਰਥ ਪ੍ਰਾਪਤ ਹੋਇਆ। ਇਹ ਜਨਮ ਹੀ ਇੱਕ ਪਦਾਰਥ ਹੀ ਹੈ ਅਮੋਲਕ, ਜੋ ਉਸ ਗਹਿਰ ਗੰਭੀਰ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਹੈ, ਜਾਂ ਜਨਮ ਪਦਾਰਥ ਗਹਿਰ ਗੰਭੀਰ ਹੈ। ਕਹਿੰਦੇ ਗਹਿਰ ਤੇ ਗੰਭੀਰ ਜੋ ਨਿਰਹਲ ਅਤੁੱਲ ਤੇ ਅਸਪਰਸ਼ ਰੂਪ ਜੋ ਪਰਮੇਸ਼ਰ ਹੈ, ਉਸ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਅਸੀਂ ਜਨਮ ਪਦਾਰਥ ਨੂੰ ਸਫਲਾ ਕਰਨਾ ਹੈ ਜਾਂ ਕਰ ਲਿਆ ਹੈ ਜੀ। ਲੱਖ ਕੋਟ ਖੁਸ਼ੀਆ ਰੰਗ ਰਾਵੈ। ਫਿਰ ਹਰੀ ਪਰਮੇਸ਼ਰ ਦਾ ਨਾਮ ਐਸਾ ਹੈ ਵੀ ਨਾਮ ਜਿਹਦੇ ਕੋਲ ਹੈ ਨਾ, ਜਿਵੇਂ ਲੱਖਾਂ ਹੀ ਸੰਸਾਰ ਦੀਆਂ ਪਾਤਸ਼ਾਹੀਆਂ ਹੋਣ, ਕਰੋੜਾਂ ਹੀ ਕਹਿੰਦੇ ਵੀ ਇੰਦਰ ਪਦਵੀਆਂ ਹੋਣ, ਐਵੇਂ ਲੱਖਾਂ ਹੀ ਸੰਸਾਰ ਦੀਆਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਅਤੇ ਕਰੋੜਾਂ ਹੀ ਇੰਦਰ ਪਦਵੀ ਦੀਆਂ ਜਿਹੜੀਆਂ ਖੁਸ਼ੀਆਂ ਹਨ, ਲੱਖ ਕੋਟ ਖੁਸ਼ੀਆਂ ਰੰਗ ਰਾਵੇ, ਉਹਦੇ ਨਾਲੋਂ ਵੀ ਵਧੇਕ ਮਹਾਰਾਜ ਸਾਹਿਬ ਕਹਿੰਦੇ ਰੰਗ ਨੂੰ ਰਾਵੇ ਅਸੀਂ ਮਾਣਦੇ ਹਾਂ, ਉਹ ਤੋਂ ਵੀ ਵਧੇਕ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਲੱਖਾਂ ਕਰੋੜਾਂ ਖੁਸ਼ੀਆਂ ਨਾਲੋਂ। ਜੋ ਗੁਰ ਲਾਗਾ ਪਾਈ ਜੀ, ਜਿਹੜਾ ਪੁਰਖ ਸਤਿਗੁਰੂ ਸਾਹਿਬ ਜੀ ਦੀ ਚਰਨੀ ਲੱਗ ਗਿਆ ਹੈ, ਇਹ ਪਿਆਰੇ ਜੀ, ਜਿਹਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ, ਉਹਨੂੰ ਲੱਖਾਂ ਹੀ ਪਾਤਸ਼ਾਹੀਆਂ, ਲੱਖਾਂ ਹੀ ਇੰਦਰ ਪਦਵੀਆਂ ਤੋਂ ਵੱਧ ਕਹਿੰਦੇ ਵੀ ਰੰਗ ਆਨੰਦ ਪ੍ਰਾਪਤ ਹੋਇਆ। ਉਹ ਖੁਸ਼ੀ ਤਖਤ ਤੇ ਬੈਠ ਕੇ ਨਹੀਂ ਮਿਲਦੀ, ਉਹ ਕਹਿੰਦੇ ਖੁਸ਼ੀ ਇੰਦਰ ਪਦਵੀ ਤੇ ਬੈਠ ਕੇ ਨਹੀਂ ਮਿਲਦੀ, ਜਿਹੜੀ ਖੁਸ਼ੀ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਕੇ ਸਿੱਖ ਨੂੰ ਮਿਲਦੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਸੁਖ ਪ੍ਰਭੂ ਗੋਬਿੰਦ ਅਕਾਲ ਪੁਰਖ ਤੇ ਉਹਦਾ ਸਰੂਪ ਗੁਰੂ ਸਾਹਿਬ ਦੀ ਸੇਵਾ ਕਰਕੇ ਮਿਲਦਾ ਹੈ ਨਾ, ਉਹ ਸੁਖ ਤਾਂ ਰਾਜ ਤੇ ਵੀ ਨਹੀਂ ਮਿਲਦਾ। ਤੇ ਪੰਚਮ ਪਾਤਸ਼ਾਹ ਕਹਿੰਦੇ ਵੀ ਉਹ ਲੱਖਾਂ ਕਰੋੜਾਂ ਉਹਨਾਂ ਨਾਲੋਂ ਵੀ ਘਨੇਰੇ ਰੰਗ ਆਨੰਦਾਂ ਨੂੰ ਮਾਣਦਾ ਹੈ ਜੋ ਗੁਰੂ ਦੇ ਚਰਨੀ ਲੱਗਾ ਰਹਿੰਦਾ ਹੈ ਸਿੱਖ ਹੋ ਕੇ। ਦਰਸ਼ਨ ਪੇਖਤ ਭਏ ਪੁਨੀਤਾ। ਸਤਿਗੁਰੂ ਸਾਹਿਬ ਜੀ ਦਾ ਦਰਸ਼ਨ ਕਰਨ ਵਾਲੇ ਜਿਹੜੇ ਪੁਰਖ ਹਨ ਉਹ ਪੁਨੀਤ ਹੋ ਗਏ, ਪਵਿੱਤਰ ਹੋ ਗਏ ਨੇ, ਉਹਨਾਂ ਦੇ ਵਿਕਾਰ ਮਰ ਗਏ ਨੇ, ਇੰਦਰੇ ਵੀ ਸ਼ੁੱਧ ਹੋ ਗਏ ਹਨ। ਸਗਲ ਉਧਾਰੇ ਭਾਈ ਮੀਤਾ। ਆਪ ਤਾਂ ਤਾਰੀ ਗਏ ਨੇ, ਉਹਨਾਂ ਨੇ ਆਪਣੇ ਭਰਾ, ਆਪਣੇ ਮਿੱਤਰ ਸੱਜਣ, ਉਹ ਵੀ ਗੁਰਾਂ ਦੀ ਚਰਨੀ ਲਾ ਕੇ ਸਾਰੇ ਹੀ ਉਧਾਰ ਦਿੱਤੇ, ਤਾਰ ਦਿੱਤੇ ਹਨ। ਜਾਂ ਭਾਈ ਕੀ ਹੈ, ਸਰਵਣ ਮੰਨਣ ਦੇ ਆਸਣ ਵਾਲੇ ਜਿਹੜੇ ਭਰਾ ਸਨ। ਅਤੇ ਫਿਰ ਮੀਤਾ ਮਿੱਤਰ ਕਿਹੜੇ ਹਨ,
ਜਿਹੜੇ ਸ਼ੁਭ ਗੁਣਾਂ ਵਾਲੇ ਮਿੱਤਰ ਸਨ, ਉਹਨਾਂ ਸਾਰਿਆਂ ਨੂੰ ਗੁਰਾਂ ਦੇ ਚਰਣੀ ਲਾ ਕੇ ਗੁਰਮੁਖ ਪਿਆਰਿਆਂ ਨੇ ਉਧਾਰ ਦਿੱਤਾ ਹੈ। ਭਲੇ ਪੁਰਖਾਂ ਦੀ ਸੰਗਤ ਕਰਨ ਦਾ ਲਾਭ ਹੁੰਦਾ ਨਾ, ਜਿਹੜੇ ਆਪ ਤਰੇ ਹੋਣ। ਹੁਣ ਦੁਨੀਆ ਦੀ ਹੀ ਗੱਲ ਹੈ ਵੀ ਜਿੱਧਰਲੇ ਪਾਸੇ ਕੋਈ ਚੰਗਾ ਕਿਸੇ ਨੂੰ ਦੁਨੀਆ ਦਾ, ਪਦਾਰਥਾਂ ਦਾ, ਮਾਇਆ ਦਾ ਲਾਭ ਹੋ ਜਾਵੇ, ਉਹ ਫਿਰ ਯਤਨ ਕਰਦਾ ਕਿ ਜਿਹੜੇ ਭਰਾ ਕੋਈ ਮਿੱਤਰ ਵੀ ਉਹਨਾਂ ਨੂੰ ਵੀ ਮੈਂ ਲੈ ਆਵਾਂ ਇਸ ਪਾਸੇ। ਤੁਸੀਂ ਵੀ ਕਹਿੰਦਾ ਲਾਭ ਲੈ ਲਓ, ਮੈਨੂੰ ਤਾਂ ਬੜਾ ਫਾਇਦਾ ਹੋ ਗਿਆ। ਜਾਂ ਭਰਾ ਮਿੱਤਰ ਵੀ ਪੁੱਛਦੇ ਆ, ਤੂੰ ਵੇਖ ਸਾਡਾ ਭਰਾ ਹੈ, ਮਿੱਤਰ ਹੈ, ਤੈਨੂੰ ਇੰਨਾ ਲਾਭ ਕਿਵੇਂ ਹੋਇਆ ਮਾਇਆ ਦਾ, ਪਦਾਰਥਾਂ ਦਾ? ਉਹ ਦੱਸਦਾ ਵੀ ਇੱਦਾਂ। ਫਿਰ ਉਹ ਵੀ ਮਗਰ ਜਾਂਦੇ ਨੇ ਵੀ ਸਾਨੂੰ ਵੀ ਇੱਧਰੋਂ ਪੈਸੇ ਬਣਨ, ਕੋਈ ਪਦਾਰਥ ਮਿਲੇ। ਇਹ ਤਾਂ ਇੱਕ ਸੰਸਾਰੀ ਜੀ ਗੱਲ ਹੈ। ਪਰ ਜਿਹੜੇ ਗੁਰਮੁਖ ਨੇ ਆਪ ਤਾਂ ਕਹਿੰਦੇ ਪਵਿੱਤਰ ਜੀਵਨ ਵਾਲੇ ਹੋ ਗਏ, ਗੁਰੂ ਦੀ ਸ਼ਰਨ ਪੈ ਕੇ ਦਰਸ਼ਨ ਕਰਕੇ ਆਪਣੇ ਭਰਾਵਾਂ ਨੂੰ, ਮਿੱਤਰਾਂ ਨੂੰ, ਭਾਵ ਆਪਣੀ ਕੁਲ ਨੂੰ, ਆਪਣੇ ਖਾਨਦਾਨ ਨੂੰ, ਆਪਣੇ ਸਾਰੇ ਪਰਿਵਾਰ ਨੂੰ ਵੀ ਉਧਾਰ ਲੈਂਦੇ, ਤਾਰ ਲੈਂਦੇ ਹਨ ਗੁਰਾਂ ਦੇ ਲੜ ਲਾ ਕੇ। ਅਗਮ ਅਗੋਚਰ ਸੁਆਮੀ ਆਪਣਾ। ਪਾਤਸ਼ਾਹ ਜੀ ਕਹਿੰਦੇ ਜੋ ਅਗਮ ਮਨ ਦੀ ਗਮਤਾ ਤੋਂ ਰਹਿਤ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਸੁਆਮੀ ਆਪਣਾ, ਜੋ ਸਾਡਾ ਆਪਣਾ ਸੁਆਮੀ ਮਾਲਕ ਹੈ। ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਗੁਰੂ ਸਾਹਿਬ ਜੀ ਦੀ ਕਿਰਪਾ ਮਿਹਰ ਤੋਂ ਹੀ ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਧਿਆਇਆ ਜਾਂਦਾ ਹੈ, ਧਿਆਈਦਾ ਹੈ ਜੀ। ਅਸੀਂ ਧਿਆਉਂਦੇ ਹਾਂ, ਤੁਸੀਂ ਵੀ ਸਿਮਰੋ ਪਿਆਰਿਓ। ਜਾ ਕਉ ਖੋਜੈ ਸਰਬ ਉਪਾਏ। ਜਿਸ ਵਾਹਿਗੁਰੂ ਨੂੰ ਉਹਦੇ ਉਪਾਏ ਪੈਦਾ ਕੀਤੇ ਹੋਏ ਸਾਰੇ ਜੀਵ ਖੋਜਦੇ ਨੇ, ਜਾਂ ਉਪਾਏ ਨਾਮ ਦੂਜੇ ਅਰਥ ਯਤਨ ਦਾ ਹੈ ਵੀ ਜਿਸ ਵਾਹਿਗੁਰੂ ਨੂੰ ਸਰਬ ਸਾਰੇ ਰਿਸ਼ੀ ਮੁਨੀ ਮਹਾਤਮਾ ਉਪਾ ਕਈ ਤਰ੍ਹਾਂ ਦੇ ਯਤਨ ਕਰਦੇ, ਕੋਈ ਤਪ ਕਰਦਾ, ਕੋਈ ਜਲ ਧਾਰੇ ਕਰਦਾ ਏ, ਕੋਈ ਸਮਾਧੀਆਂ ਲਾਉਂਦਾ ਹੈ, ਕੋਈ ਗੁਫਾਵਾਂ 'ਚ ਬੈਠਦਾ ਹੈ, ਖੋਜਦੇ ਹਨ ਜਿਸ ਵਾਹਿਗੁਰੂ ਨੂੰ। ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ। ਪਰ ਵੱਡਿਆਂ ਭਾਗਾਂ ਵਾਲਾ ਜਿਹਦੇ ਅੰਦਰੋਂ ਵੱਡ ਪੁਣਾ ਹੰਕਾਰ ਹਉਮੈ ਭੱਜ ਗਿਆ, ਨਾਸ ਹੋ ਗਿਆ, ਉਹ ਕੋਈ ਵਿਰਲਾ ਹੀ ਹੈ ਗੁਰਮੁਖ, ਕੋਈ ਵਿਰਲੀ ਰੂਹ ਹੈ ਉਸ ਵਾਹਿਗੁਰੂ ਦੇ ਦਰਸ਼ਨ ਪਾਉਂਦੀ ਗੁਰਾਂ ਦੁਆਰਾ। ਕਹਿੰਦੇ ਯਤਨ ਤਾਂ ਬੜੇ ਰਿਖੀ ਮਹਾਤਮਾ ਕਰ ਰਹੇ ਨੇ, ਪਰ ਕੋਈ ਵਿਰਲਾ ਪਰਮੇਸ਼ਰ ਸਰੂਪ ਦੇ ਦਰਸ਼ਨ ਪਾਉਂਦਾ ਹੈ। ਊਚ ਅਪਾਰ ਅਗੋਚਰ ਥਾਨਾ। ਤੇ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਏ ਨੇ ਉਹਨਾਂ ਨੂੰ ਵੱਡੀ ਅਵਸਥਾ ਮਿਲੀ ਹੈ। ਕਹਿੰਦੇ ਊਚ ਜਿਹੜਾ ਉੱਚਾ ਹੈ, ਰਜੋ ਤਮੋ ਤੇ ਸਤੋ, ਤਿੰਨ ਗੁਣਾਂ ਤੋਂ ਵੀ ਜੋ ਉੱਚਾ ਪਰਮੇਸ਼ਰ ਹੈ। ਅਪਾਰ ਜਿਹੜਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਅਗੋਚਰ ਜਿਹੜਾ ਇੰਦਰੀਆਂ ਤੋਂ ਅਵਿਸ਼ੇ ਹੈ। ਐਸਾ ਜਿਹੜਾ ਵਾਹਿਗੁਰੂ ਦਾ ਥਾਨਾ ਸਰੂਪ ਰੂਪੀ ਥਾਂ ਹੈ, ਸੱਚਖੰਡ ਰੂਪੀ ਥਾਂ ਹੈ। ਓਹੋ ਮਹਿਲ ਗੁਰੂ ਦੇਖਾਈ ਜੀਓ। ਕਹਿੰਦੇ ਵੀ ਉਹ ਪਰਮੇਸ਼ਰ ਦਾ ਜੋ ਮਹਿਲ ਮਹੱਲ ਸਰੂਪ ਹੈ ਨਾ, ਜਿਹੜਾ ਉੱਚੇ ਤੋਂ ਵੀ ਉੱਚਾ ਹੈ, ਜਿਹੜਾ ਕਿਸੇ ਢੰਗ ਨਾਲ ਪ੍ਰਾਪਤ ਨਹੀਂ ਹੁੰਦਾ, ਉਹ ਮਹਿਲ ਰੂਪੀ ਅਸਥਾਨ ਸਾਨੂੰ ਗੁਰੂ ਸਾਹਿਬ ਜੀ ਨੇ ਦਿਖਾ ਦਿੱਤਾ ਹੈ ਪਿਆਰੇ ਜੀ। ਭਾਵ ਗੁਰਾਂ ਨੇ ਸਾਨੂੰ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਕਰ ਦਿੱਤਾ। ਜਿਹੜਾ ਪਰਮੇਸ਼ਰ ਉੱਚਿਆਂ ਤੋਂ ਵੀ ਉੱਚਾ ਹੈ, ਪਾਰਾਵਾਰ ਤੋਂ ਰਹਿਤ ਹੈ, ਜੋ ਇੰਦਰੀਆਂ ਦੇ ਅਵਿਸ਼ੇ ਹੈ, ਜਿੱਥੇ ਉਹ ਵਸਦਾ ਹੈ। ਉਹ ਕਿੱਥੇ ਵਸਦਾ ਹੈ? ਸੰਸਾਰ ਦੀ ਮੋਹ ਮਾਇਆ ਤੋਂ ਉੱਤੇ ਵਸਦਾ ਹੈ, ਸੰਕਲਪਾਂ ਵਿਕਲਪਾਂ ਤੋਂ ਪਰੇ ਵਸਦਾ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਨਿਰਲੇਪ ਹੋ ਕਰਕੇ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ। ਉਹ ਸਰੂਪ ਰੂਪੀ ਅਸਥਾਨ ਸਾਨੂੰ ਗੁਰੂ ਸਾਹਿਬ ਨੇ ਵਿਖਾਤਾ, ਲੀਨ ਕਰ ਦਿੱਤਾ ਮਹਾਰਾਜ ਨੇ ਸਾਨੂੰ। ਵਾਹਿਗੁਰੂ ਦੇ ਮਹੱਲ ਦੇ ਵਿੱਚ ਥਾਂ ਪ੍ਰਾਪਤ ਹੋ ਗਈ ਹੈ ਹੁਣ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ। ਹੇ ਗਹਿਰ ਨਿਰਹਲ ਗੰਭੀਰਾ, ਡੂੰਘੇ ਤੋਂ ਡੂੰਘੇ ਪਰਮੇਸ਼ਰ ਜੀਓ, ਅੰਮ੍ਰਿਤ ਨਾਮ ਤੇਰਾ, ਤੁਹਾਡਾ ਜੋ ਨਾਮ ਹੈ ਉਹ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ, ਅਮਰ ਕਰਨ ਵਾਲਾ ਹੈ ਜੀਵਾਂ ਦੇ ਤਾਈ। ਮੁਕਤ ਭਇਆ ਜਿਸ ਹਿਰਦੈ ਵਸੇਰਾ। ਜਿਸ ਦੇ ਹਿਰਦੇ ਵਿੱਚ ਮਹਾਰਾਜ ਆਪ ਜੀ ਦਾ ਅੰਮ੍ਰਿਤ ਨਾਮ ਵਸ ਗਿਆ, ਉਹ ਮੁਕਤ ਹੋ ਗਿਆ ਹੈ ਜੀਵ। ਗੁਰ ਬੰਧਨ ਤਿਨ ਕੇ ਸਗਲੇ ਕਾਟੇ। ਉਹ ਨਾਮ ਜਪਣ ਵਾਲਿਆਂ ਦੇ ਨਾਮ ਜਪਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਸਾਰੇ ਬੰਧਨ ਕੱਟ ਦਿੱਤੇ ਹਨ। ਜਨ ਨਾਨਕ ਸਹਿਜ ਸਮਾਈ ਜੀਓ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਜਨ ਸਹਿਜ ਵਿੱਚ ਹੀ ਸਮਾਏ ਰਹਿੰਦੇ, ਸੁਤੇ ਹੀ ਬ੍ਰਹਮ ਗਿਆਨ ਅਵਸਥਾ ਵਿੱਚ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਰਹਿੰਦੇ ਹਨ ਜੀ। ਮਾਝ ਮਹੱਲਾ ਪੰਜਵਾ। ਧੰਨ ਗੁਰੂ
ਅਰਜਨ ਦੇਵ ਸਾਹਿਬ ਜੀ ਸਾਨੂੰ ਜਾਚ ਦੱਸਦੇ ਆ, ਕਹਿੰਦੇ ਭਾਵੇਂ ਜਿੰਨਾ ਮਰਜ਼ੀ ਕੋਈ ਬਾਣੀ ਪੜ੍ਹਦਾ ਹੋਵੇ, ਨਾਮ ਜਪਦਾ ਹੋਵੇ, ਕਦੀ ਇਹ ਨਾ ਕਹੇ ਵੀ ਮੈਂ ਨਾਮ ਜਪਦਾ। ਫਿਰ ਕਹਿੰਦੇ ਕੀ ਕਵੇ, ਇਸ ਤਰ੍ਹਾਂ ਦੱਸਦੇ ਹਨ, ਪ੍ਰਭ ਕਿਰਪਾ ਤੇ ਹਰ ਹਰ ਧਿਆਵਾ। ਕਹਿੰਦੇ ਇਹੀ ਭਾਵਨਾ ਰੱਖੇ। ਜੇ ਕੋਈ ਆਖੇ ਜੀ ਤੁਸੀਂ ਨਾਮ ਜਪਦੇ ਹੋ, ਕਹਿੰਦੇ ਨਹੀਂ ਜੀ ਪ੍ਰਭ ਕਿਰਪਾ ਦੇ, ਤਾਂ ਪ੍ਰਭੂ ਦੀ ਕਿਰਪਾ ਹੀ ਹੋਈ ਆ ਸਾਡੇ ਤੇ, ਉਹਦੀ ਕਿਰਪਾ ਨਾਲ ਹੀ ਹਰ ਹਰ ਨਾਮ ਨੂੰ ਧਿਆਵੋ। ਮੈਂ ਧਿਆਉਂਦਾ ਹਾਂ ਹਰੀ ਦੀ ਕਿਰਪਾ ਦੇ ਨਾਲ, ਵਾਹਿਗੁਰੂ ਦੀ ਕਿਰਪਾ ਸਦਕਾ ਹਰ ਹਰ ਪਰਮੇਸ਼ਰ ਦਾ ਨਾਮ ਧਿਆਈਏ ਜੀ। ਪ੍ਰਭੂ ਦਇਆ ਤੇ ਮੰਗਲ ਗਾਵੋ। ਇਹ ਤਾਂ ਪ੍ਰਭੂ ਦੀ ਮਿਹਰ ਹੈ, ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਹੈ, ਉਹਦੇ ਤਰਸ ਸਦਕਾ ਹੀ ਅਸੀਂ ਵਾਹਿਗੁਰੂ ਦੇ ਮੰਗਲ ਦੇ ਤਾਈਂ ਗਾਵੋ ਗਾਉਣਾ ਕਰਦੇ ਹਾਂ, ਭਾਵ ਕਿ ਕੀਰਤਨ ਰੂਪ ਵਿੱਚ ਵਾਹਿਗੁਰੂ ਦਾ ਜਸ ਕਰਦੇ ਹਾਂ ਜੀ। ਉਠਤ ਬੈਠਤ ਸੋਵਤ ਜਾਗਤ। ਮਹਾਰਾਜ ਇਹ ਨਾਮ ਜਿਹੜਾ ਤੁਸੀਂ ਧਿਆਉਂਦੇ ਹੋ, ਜਿਹੜਾ ਤੁਸੀਂ ਕਹਿੰਦੇ ਵੀ ਇਉਂ ਕਹਿਣਾ ਵੀ ਨਾਮ ਜਪਦੇ ਅਸੀਂ, ਇਹ ਕਿੰਨਾ ਕੁ ਧਿਆਉਣਾ ਚਾਹੀਦਾ ਹੈ? ਤਾਂ ਕਹਿੰਦੇ ਵੀ ਗੁਰਾਂ ਨੇ ਸਾਨੂੰ ਤਾਂ ਇਹੀ ਦੱਸਿਆ ਹੈ, ਉਠਤ ਬੈਠਤ ਸੋਵਤ ਜਾਗਤ। ਕਹਿੰਦੇ ਵੀ ਉੱਠਦੇ ਆ ਜਦੋਂ ਕਿਸੇ ਕੰਮ ਲਈ ਉੱਠ ਕੇ ਜਾਣਾ ਹੋਵੇ, ਬੈਠਤ ਕਿਤੇ ਜਾ ਕੇ ਬੈਠਣਾ ਹੋਵੇ ਸਰੀਰ ਕਰਕੇ, ਸੋਵਤ ਜਦੋਂ ਸਰੀਰ ਦੇ ਆਰਾਮ ਲਈ ਸੌਣਾ ਹੋਵੇ, ਸੌਣ ਲੱਗੇ ਆ, ਅਤੇ ਜਾਗਤ ਜਾਗਦਿਆਂ ਹੋਇਆਂ ਸਵੇਰੇ ਉੱਠਦਿਆਂ ਸਾਰ ਹੀ ਹਰ ਧਿਆਈਐ ਸਗਲ ਅਵਰਦਾ ਜੀਓ। ਇਹ ਉਹ ਹਰੀ ਪਰਮੇਸ਼ਰ ਨੂੰ ਸਾਰੀ ਹੀ ਅਵਰਦਾ, ਭਾਵ ਕਿ ਅਵਰਦਾ ਹੁੰਦੀ ਆਯੂ ਉਮਰ। ਮਹਾਰਾਜ ਕਹਿੰਦੇ ਹੈ ਪਿਆਰੇ ਜੀ ਸਾਰੀ ਹੀ ਉਮਰ ਉਸ ਹਰੀ ਪਰਮੇਸ਼ਰ ਨੂੰ ਹੀ ਧਿਆਉਂਦੇ ਰਹੀਏ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ। ਗੱਲ ਮੁਕਾ ਕੇ ਫਿਰ ਕਹਿੰਦੇ ਵੀ ਸਾਰੀ ਹੀ ਉਮਰ ਪਰਮੇਸ਼ਰ ਨੂੰ ਧਿਆਈਏ ਜਿੰਨਾ ਚਿਰ ਸਾਹ ਚੱਲਦੇ ਨੇ। ਇਹ ਆਮ ਹੀ ਸਾਡਾ ਸਵਾਲ ਹੁੰਦਾ, ਕਹਿੰਦੇ ਕਿੰਨਾ ਕੁ ਨਿਤਨੇਮ ਕਰਨਾ ਚਾਹੀਦਾ, ਕਿੰਨਾ ਕੁ ਪਾਠ ਕਰਨਾ ਚਾਹੀਦਾ, ਮੂਲ ਮੰਤਰ ਗੁਰ ਮੰਤਰ ਇਹਦਾ ਸਿਮਰਨ ਕਿੰਨਾ ਕੁ ਕਰਨਾ ਚਾਹੀਦਾ। ਉਹਨਾਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਗੁਰੂ ਸਾਹਿਬ ਨੇ ਦੇ ਦਿੱਤਾ। ਕਹਿੰਦੇ ਸਾਰੀ ਉਮਰ ਸਾਹ ਜਿੰਨਾ ਚਿਰ ਲੈਂਦੇ ਹੋ, ਜਿੰਨਾ ਚਿਰ ਤੁਹਾਡੇ ਸਰੀਰ ਵਿੱਚ ਸਾਹ ਪ੍ਰਾਣ ਨੇ, ਜਿੰਨਾ ਚਿਰ ਜੀਵਨ ਬਣਿਆ ਹੋਇਆ ਹੈ, ਉਹਨਾਂ ਚਿਰ ਨਾਮ ਜਪਦੇ ਹੀ ਰਹੋ। ਸਾਰੀ ਉਮਰ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰੀਏ। ਉਠਤ ਉੱਠਦਿਆਂ ਸੰਸਾਰ ਵੱਲੋਂ ਉਪਰਾਮ ਹੁੰਦਿਆਂ, ਬੈਠਤ ਕਹਿੰਦੇ ਸਮਾਧੀ ਦੇ ਵਿੱਚ ਬੈਠਣ ਲੱਗੇ ਆ, ਸੋਵਤ ਫਿਰ ਕਹਿੰਦੇ ਵੀ ਨਿਰਵਕਲਪ ਸਮਾਧੀ ਦੇ ਵਿੱਚ ਸੌਂਦਿਆਂ ਹੋਇਆਂ, ਸ਼ਾਂਤੀ ਰੂਪੀ ਸਮਾਧੀ ਦੇ ਵਿੱਚ ਸੌਂਦਿਆਂ ਹੋਇਆਂ। ਜਦੋਂ ਸੰਕਲਪ ਨਾ ਕੋਈ ਉੱਠੇ ਉਹ ਨਿਰਵਕਲਪ ਸਮਾਧੀ ਹੋਵੇ, ਜਦੋਂ ਇਹ ਕਹਿੰਦੇ ਨਿਰਵਕਲਪ ਸ਼ਾਂਤੀ ਰੂਪੀ ਸਮਾਧੀ ਵਿੱਚ ਸੋਵਤ ਸੌਂਦਿਆਂ ਹੋਇਆਂ, ਜਾਗਤ ਗਿਆਨ ਅਵਸਥਾ ਦੇ ਵਿੱਚ ਜਾਗਦਿਆਂ ਹੋਇਆਂ ਹਰ ਧਿਆਈਐ ਸਗਲ ਅਵਰਦਾ ਜੀਓ। ਕਹਿੰਦੇ ਵੀ ਉਸ ਹਰੀ ਪਰਮੇਸ਼ਰ ਨੂੰ ਸਾਰੀ ਹੀ ਉਮਰ ਧਿਆਉਂਦੇ ਰਹੀਏ, ਜਪਦੇ ਰਹੀਏ ਪਿਆਰੇ ਜੀ। ਨਾਮ ਔਖਦ ਮੋਕਉ ਸਾਧੂ ਦੀਆ। ਕਹਿੰਦੇ ਵੀ ਜੋ ਨਾਮ ਹੈ ਪਰਮੇਸ਼ਰ ਦਾ, ਇਹ ਤਾਂ ਔਸ਼ਧੀ ਹੈ ਹਉਮੈ ਅਗਿਆਨ ਆਦਿਕ ਸਭ ਰੋਗਾਂ ਨੂੰ ਮੇਟਣ ਵਾਸਤੇ। ਤੇ ਇਹ ਸਾਨੂੰ ਸਾਧੂਆਂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੋਇਆ, ਸਾਧੂਆਂ ਨੇ ਨਾਮ ਦੇ ਦਿੱਤਾ। ਸਾਧੂ ਸ੍ਰੇਸ਼ਟ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਨਾਮ ਰੂਪੀ ਦਵਾਈ ਦਿੱਤੀ ਆ ਜੀ। ਕਿਲ ਬਿਖ ਕਾਟੇ ਨਿਰਮਲ ਥੀਆ। ਇਸ ਨਾਮ ਰੂਪੀ ਔਸ਼ਧੀ ਦਾ ਸਦਕਾ ਕੀ ਹੋਇਆ ਵੀ ਕਿਲ ਬਿਖ ਬ੍ਰਾਹਮਣ ਕੈਲੀ ਘਾਤ ਕੰਜਕਾਨ ਚਾਰੀ ਕਾ ਧਾਨ। ਇਹ ਜਿਹੜੇ ਚਾਰ ਕਹਿੰਦੇ ਵੀ ਬਹੁਤੇ ਵਿਹੋ ਵਰਗੇ ਬੱਜਰ ਪਾਪ ਸਨ, ਜਾਂ ਕਿਲ ਬਿਖ ਬਿਖ ਕਿਲ ਵਿਸ਼ੇਸ਼ ਕਰਕੇ ਬਿਖ ਵੇਹੋ ਵਰਗੇ ਪਾਪ, ਜਿਵੇਂ ਜ਼ਹਿਰ ਖਤਮ ਕਰਦੀ, ਇਵੇਂ ਜੀਵਨ ਨੂੰ ਗਰਕ ਕਰਨ ਵਾਲੇ ਜਿਹੜੇ ਪਾਪ ਪਹਿਲਾਂ ਕੀਤੇ ਗਏ ਸੀ, ਕੋਈ ਅਣਜਾਣੇ ਚ ਕੋਈ ਜਾਣ ਕੇ, ਇਹ ਨਾਮ ਦੀ ਦਵਾਈ ਨੇ ਸਾਰੇ ਹੀ ਕੱਟ ਦਿੱਤੇ ਆ, ਦੂਰ ਕਰ ਦਿੱਤੇ ਹਨ। ਨਿਰਮਲ ਸੀ ਆ, ਕਹਿੰਦੇ ਨਿਰਮਲ ਹੋ ਗਏ ਆ, ਨਵੇਂ ਨਰੋਵੇ ਹੋ ਗਏ, ਹੁਣ ਪਾਪਾਂ ਤੋਂ ਰਹਿਤ ਪਵਿੱਤਰ ਜੀਵਨ ਹੋ ਗਿਆ ਹੈ ਨਾਮ ਦਾ ਸਦਕਾ। ਆਨੰਦ ਭਇਆ ਨਿਕਸੀ ਸਭ ਪੀਰਾ। ਸਭ ਕਹਿੰਦੇ ਆ ਵਿਦਿਆ ਦੀਆਂ, ਸਭ ਹਉਮੈ ਦੀਆਂ, ਅਗਿਆਨ ਦੀਆਂ ਜਿਹੜੀਆਂ ਪੀੜਾਂ ਸਨ, ਉਹ ਪੀੜਾਂ ਵੀ ਦੂਰ ਹੋ ਗਈਆਂ, ਤੇ ਪੀੜਾਂ ਦੂਰ ਹੋਣ ਕਰਕੇ ਸਾਨੂੰ ਆਨੰਦ ਪ੍ਰਾਪਤ ਹੋਇਆ ਹੈ। ਸਗਲ ਬਿਨਾਸੇ ਦਰਦਾ ਜੀਓ। ਤੇ ਹੋਰ ਵੀ ਸਾਰੇ ਇਹ ਪਿਆਰੇ ਜੀ ਜਿਹੜੀਆਂ ਦਰਦਾਂ ਸਨ ਅਗਿਆਨ ਕਰਕੇ ਪੈਦਾ ਹੋਈਆਂ, ਇਹ ਦਰਦਾਂ ਵੀ ਸਾਰੀਆਂ ਨਾਸ ਹੋ ਗਈਆਂ ਹਨ। ਜਾਂ ਆਦਿ ਵਿਆਧੀ ਉਪਾਧੀ ਆਦਿਕ ਰੋਗਾਂ ਕਰਕੇ
ਕਿਸੇ ਦੇ ਡਾਂਗ ਮਾਰ ਆਉਣੀ, ਕਿਸੇ ਕੋ ਖਾ ਆਉਣੀ, ਇਹੋ ਜਿਹੀਆਂ ਦਰਦਾਂ ਵੀ ਸਾਰੀਆਂ ਚੁੱਕੀਆਂ ਗਈਆਂ ਹਨ ਨਾਮ ਦਾ ਸਦਕਾ ਜੀ। ਜਿਸ ਕਾ ਅੰਗ ਕਰੇ ਮੇਰਾ ਪਿਆਰਾ। ਗੱਲ ਕੀ ਹੈ ਵੀ ਮੇਰਾ ਪਿਆਰਾ ਵਾਹਿਗੁਰੂ ਜਿਨ੍ਹਾਂ ਦਾ ਅੰਗ ਪੱਖ ਕਰਦਾ ਹੈ, ਜਿਨ੍ਹਾਂ ਵਾਲੇ ਪਾਸੇ ਵਾਹਿਗੁਰੂ ਬੈਠ ਜਾਂਦਾ ਏ, ਸੋ ਮੁਕਤਾ ਸਾਗਰ ਸੰਸਾਰ। ਉਹ ਸੰਸਾਰ ਸਮੁੰਦਰ ਚੋਂ ਜੀ ਮੁਕਤਾ ਮੁਕਤ ਹੋ ਜਾਂਦਾ ਹੈ ਜੀ। ਸਤ ਕਰੇ ਜਿਨ ਗੁਰੂ ਪਛਾਤਾ। ਸਤ ਕਰੇ, ਸਤ ਨਿਸ਼ਚੈ ਕਰਕੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਕਰਕੇ ਪਛਾਣ ਲਿਆ, ਜਾਂ ਸਤ ਕਰੇ ਜਿਨ੍ਹਾਂ ਨੇ ਸਤ ਸੱਚ ਸਰੂਪ ਕਰਕੇ ਵੀ ਸਤ ਚੇਤਨ ਆਨੰਦ ਸਰੂਪ ਵੀ ਵਾਹਿਗੁਰੂ ਹੈ, ਤੇ ਸਤ ਚੇਤਨ ਆਨੰਦ ਰੂਪ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਹਨ, ਜਿਨ੍ਹਾਂ ਨੇ ਇਸ ਤਰ੍ਹਾਂ ਸੱਚ ਸਰੂਪ ਕਰਕੇ ਨਿਸ਼ਚੇ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਪਛਾਣ ਲਿਆ ਹੈ ਵੀ ਸਾਡੇ ਗੁਰੂ ਰੱਬੀ ਹਨ। ਸੋ ਕਾਹੇ ਕਉ ਡਰਦਾ ਜੀਓ। ਫਿਰ ਉਹ ਕਿਸੇ ਮਨੁੱਖ ਦੇ ਕੋਲੋਂ ਕਾਹਦੇ ਕਿਸ ਵਾਸਤੇ ਡਰਦਾ ਹੈ ਜੀ? ਕਿਉਂ ਡਰ ਕੇ ਐਵੇਂ ਉਹਦੇ ਅੱਗੇ ਹੱਥ ਜੋੜੂਗਾ? ਉਹਨੂੰ ਕੀ ਲੋੜ ਹੈ ਕਿਸੇ ਦੀ ਜਾ ਕੇ ਤਰਲੇ ਕੱਢਣ ਦੀ, ਚਾਪਲੂਸੀਆਂ ਕਰਨ ਦੀ? ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੇ ਨੂੰ ਜਾਣ ਲਿਆ ਵੀ ਮੇਰੇ ਗੁਰੂ ਨਾਨਕ ਸਾਹਿਬ ਜੀ ਰੱਬ ਰੂਪ ਨੇ, ਉਹ ਨਾ ਕਿਸੇ ਬੰਦੇ ਦੇ ਅੱਗੇ ਜਾ ਕੇ ਹੱਥ ਜੋੜੂਗਾ, ਨਾ ਕਿਸੇ ਕਹਿੰਦੇ ਵੀ ਉਹ ਅਫਸਰ ਦੀਆਂ ਐਵੇਂ ਜਾ ਕੇ ਗੋਡੀਆਂ ਜੀਆਂ ਨੂੰ ਹੱਥ ਲਾਊਗਾ ਵੀ ਇਹ ਤੋਂ ਮੇਰਾ ਕੰਮ ਹੋਊਗਾ। ਪਤਾ ਵੀ ਗੁਰੂ ਨਾਨਕ ਸਾਹਿਬ ਮੇਰੇ ਵੱਲ ਹੈ। ਜਦੋਂ ਗੁਰੂ ਨਾਨਕ ਸਾਹਿਬ ਸਾਡੇ ਵੱਲ ਹੈ ਫਿਰ ਸਾਨੂੰ ਪਰਵਾਹ ਕਿਹਦੀ ਹੈ? ਪਰਵਾਹ ਨਾਹੀਂ ਕਿਸੈ ਕੇਰੀ ਬਾਝ ਸੱਚੇ ਨਾਹੀਂ। ਵਾਹਿਗੁਰੂ ਦੇ ਨਾਮ ਤੋਂ ਬਗੈਰ ਕੋਈ ਪਰਵਾਹ ਨਹੀਂ ਹੈ। ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਖ ਸੁਆਮੀ। ਜਿਨ੍ਹਾਂ ਨੂੰ ਰੱਬ ਦਾ ਪੱਖ ਪ੍ਰਾਪਤ ਹੋਵੇ, ਜਿਨ੍ਹਾਂ ਵੱਲ ਵਾਹਿਗੁਰੂ ਹੋਵੇ, ਫਿਰ ਜਾ ਕੇ ਸਾਧ ਸੰਗਤ ਤੋਂ ਉਹ ਮਨਮੁਖਾਂ ਦੇ ਅੱਗੇ ਹੱਥ ਜੋੜਦਾ ਫਿਰੇ, ਇਹ ਫਿਰ ਗੱਲ ਬਣਦੀ ਨਹੀਂ ਹੈ। ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਅਸਲ ਵਿੱਚ ਗੁਰੂ ਤੇ ਭਰੋਸਾ ਆ ਗਿਆ ਉਹ ਨਹੀਂ ਫਿਰ ਕਿਸੇ ਕੋ ਡਰਦੇ ਜੀ, ਉਹ ਬੇਪਰਵਾਹੀ ਵਿੱਚ ਰਹਿੰਦੇ ਹਨ ਸਦਾ ਹੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਈ ਵਾਰ ਪਹਾੜੀ ਰਾਜਿਆਂ ਨੇ ਦਬਕਾ ਮਾਰ ਕੇ ਡਰਾਉਣਾ ਚਾਹਿਆ, ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਦਬਕੇ ਨੂੰ ਮੰਨਿਆ ਹੀ ਨਹੀਂ। ਮਹਾਰਾਜ ਬੇਪਰਵਾਹ ਰਹੇ ਨੇ ਸਤਿਗੁਰੂ। 10 ਲੱਖ ਨੇ ਘੇਰਾ ਪਾ ਕੇ 40 ਸਿੰਘਾਂ ਨੂੰ ਕਹਿੰਦੇ ਸੀ ਵੀ ਹੁਣ ਤੁਸੀਂ 10 ਲੱਖ ਦੇ ਘੇਰੇ 'ਚ ਜੇ, ਮਹਾਰਾਜ ਗ੍ਰਿਫਤਾਰੀ ਦੇ ਦਿਓ, ਬਾਹਾਂ ਖੜੀਆਂ ਕਰ ਦਿਓ, ਕੁਝ ਨਹੀਂ ਕਹਾਂਗੇ। ਮਹਾਰਾਜ ਸਾਹਿਬ ਡਰੇ ਨਹੀਂ ਉਹਨਾਂ ਤੋਂ। ਭਾਵੇਂ ਇੱਕ ਬੰਨੇ 10 ਲੱਖ ਹੈ, ਦਿੱਲੀ ਦਾ ਪਾਤਸ਼ਾਹ, 22 ਧਾਰ ਦੀ ਰਿਆਸਤਾਂ ਦੇ ਰਾਜੇ ਸਭ ਮਹਾਰਾਜ ਦੇ ਆਲੇ ਦੁਆਲੇ ਘੇਰਾ ਪਾਈ ਬੈਠੇ ਆ, ਤੇ ਗਰੀਬ ਨਵਾਜ ਨੇ ਜਵਾਬ ਕਿਵੇਂ ਦਿੱਤਾ? ਉੱਚੀ ਗੜੀ ਚੋਂ ਤੀਰ ਚਲਾ ਕੇ ਕਹਿੰਦੇ ਵੀ ਸਾਡਾ ਇਹੀ ਉੱਤਰ ਹੈ, ਜਿੰਨਾ ਚਿਰ ਸਾਹ ਪ੍ਰਾਣ ਨੇ ਉਹਨਾਂ ਚਿਰ ਜੰਗ ਵਿੱਚ ਜੂਝਾਂਗੇ, ਡਰਦੇ ਨਹੀਂ ਕਿਸੇ ਤੋਂ। ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਕਰਕੇ ਪਛਾਣ ਲਿਆ, ਉਹ ਕਾਹਦੇ ਵਾਸਤੇ ਕਹਿੰਦੇ ਕਿਸੇ ਕੋ ਡਰਦਾ ਹੈ ਜੀ? ਪਾਪ ਪਿਆਰੇ ਜੀ, ਉਹ ਨਹੀਂ ਡਰਦਾ। ਫਿਰ ਉਹ ਨਾ ਵਿਕਾਰਾਂ, ਇਸ ਗੱਲੋਂ ਵੀ ਨਹੀਂ ਡਰਦੇ ਵੀ ਸਾਡੇ ਤੇ ਕਿਤੇ ਵਿਕਾਰ ਨਾ ਹਾਵੀ ਹੋ ਜਾਣ। ਉਹਨਾਂ ਨੂੰ ਪੂਰਨ ਭਰੋਸਾ ਹੈ ਮਹਾਰਾਜ ਹੁਣ ਸਾਡੇ ਦੇ ਵਿਕਾਰ ਹਾਵੀ ਹੋਣ ਹੀ ਨਹੀਂ ਦੇਣਗੇ। ਉਹ ਕਿਸੇ ਪਾਤਸ਼ਾਹ ਤੋਂ ਨਹੀਂ ਡਰਦੇ, ਉਹ ਕਿਸੇ ਮਨੁੱਖ ਤੋਂ ਨਹੀਂ ਡਰਦੇ, ਉਹ ਕਿਸੇ ਜਗੀਰਦਾਰ ਤੋਂ ਨਹੀਂ ਡਰਦੇ। ਗੱਲ ਕੀ ਹੈ ਵੀ ਸਦਾ ਹੀ ਨਿਡਰ ਹੋ ਕੇ, ਨਿਰਭਉ ਹੋ ਕੇ, ਤੇ ਨਾਲ ਹੀ ਨਿਰਵੈਰ ਹੋ ਕੇ ਰਹਿੰਦੇ ਹਨ ਜੀ। ਜਬ ਤੇ ਸਾਧੂ ਸੰਗਤ ਪਾਏ। ਜਦੋਂ ਤੋਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਅਸੀਂ ਸਾਧੂਆਂ ਦੀ ਸੰਗਤ ਪ੍ਰਾਪਤ ਕੀਤੀ ਹੈ, ਗੁਰ ਭੇਟਤ ਹਉ ਗਈ ਬਲਾਈ। ਸਾਧੂਆਂ ਦੀ ਸੰਗਤ ਕਰਦੇ ਹਾਂ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਿਲਾਪ ਪ੍ਰਾਪਤ ਹੋ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨਾਲ ਮਿਲੇ ਤਾਂ ਸਾਡੇ ਅੰਦਰੋਂ ਸਾਡੀ ਅਵਿਦਿਆ ਰੂਪੀ ਬਲਾ ਚਲੀ ਗਈ, ਬਲਾ ਟਾਲੀ ਗਈ ਹੈ, ਜਿਹੜੀ ਹਰ ਵੇਲੇ ਸਾਨੂੰ ਪੁੱਠੇ ਪਾਸੇ ਲਾਉਂਦੀ ਸੀ ਮਾੜੇ ਖਿਆਲਾਂ 'ਚ, ਉਹ ਬਲਾ ਦੂਰ ਹੋ ਗਈ ਗੁਰਾਂ ਦੀ ਚਰਨੀ ਲੱਗਣ ਕਰਕੇ। ਸਾਸ ਸਾਸ ਹਰ ਗਾਵੇ ਨਾਨਕ। ਹੁਣ ਮਹਾਰਾਜ ਕਹਿੰਦੇ ਸਾਹ ਅੰਦਰ ਖਿੱਚਦੇ ਆ, ਸਾਹ ਬਾਹਰ ਆਉਂਦੇ ਆ, ਅਸੀਂ ਵਾਹਿਗੁਰੂ ਦੇ ਗੁਣਾਂ ਨੂੰ, ਪਰਮੇਸ਼ਰ ਦੇ ਮਹਿਮਾ ਵਡਿਆਈ ਜਸਦੇ ਤਾਂ ਹੀ ਗਾਉਂਦੇ ਹਾਂ ਜੀ। ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਕਹਿੰਦੇ ਵੀ ਭਗਤੀ ਦੀ ਦਾਤ ਬਖਸ਼ ਕੇ ਸਾਡਾ ਪੜਦਾ ਹੀ ਢੱਕਿਆ ਹੈ ਜੀ। ਜਿਵੇਂ ਕਈ ਆਮ ਕਹਿੰਦੇ ਕੋਈ ਗੱਲ ਚੱਲੇ ਜੀ ਫਿਰ ਕਿਵੇਂ ਕੰਮ ਸਰਿਆ, ਕਹਿੰਦੇ ਬਸ ਰਹਿਣ ਦੇ, ਪੜਦਾ ਹੀ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਪੜਦਾ ਢੱਕ ਲਿਆ ਪਾਤਸ਼ਾਹ ਨੇ। ਜੀਵਨ ਤਾਂ ਵਿਕਾਰੀ ਸੀ, ਹੈ ਨਹੀਂ ਕਿ ਬਹੁਤੇ ਚੰਗੇ, ਪਰ ਸਤਿਗੁਰੂ ਸਾਹਿਬ ਨੇ ਭਗਤੀ ਬਖਸ਼ੀ ਜੋ ਇਹ ਮਾਨੋ ਵੀ ਪੜਦਾ ਕੱਜ ਲਿਆ ਹੈ ਸਾਡਾ। ਸਾਡੇ ਅਵਗੁਣਾਂ ਨੂੰ ਚਿਤਾਰਿਆ ਹੀ ਨਹੀਂ ਮਹਾਰਾਜ ਸਾਹਿਬ ਨੇ, ਸਾਡੇ ਗੁਨਾਹਾਂ ਵੱਲ ਵੇਖਿਆ ਹੀ ਨਹੀਂ। ਗੁਣ ਤਾਂ ਕੋਈ ਹੈ ਨਹੀਂ ਸੀ, ਅਵਗੁਣ ਉਹਨੇ ਕੋਈ ਸਾਡੇ ਚਿਤਾਰੇ ਨਹੀਂ ਹੈ, ਤੇ ਸਾਡਾ ਲੋਕ ਪਰਲੋਕ ਦੇ ਵਿੱਚ ਪੜਦਾ ਮਹਾਰਾਜ ਨੇ ਢੱਕ ਲਿਆ ਹੈ ਜੀ।
ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਸਤਿਗੁਰੂ ਪਰਦੇ ਢੱਕ ਲੈਂਦੇ ਹਨ। ਸਤਿਗੁਰੂ ਸਾਹਿਬ ਜੀ ਇੱਜ਼ਤ ਪੱਤ ਦੇ ਰਾਖੇ ਹਨ। ਆਪਣੇ ਤੇ ਟੁਕਾ ਕੇ ਸ਼ਬਦ ਕਿਹਾ ਹੈ, ਪਰ ਅਸਲ ਵਿੱਚ ਸਿੱਖਿਆ ਸਾਡੇ ਵਾਸਤੇ ਹੈ। ਹੇ ਪਿਆਰੇ ਜੀ, ਸਵਾਸ ਸਵਾਸ ਵਾਹਿਗੁਰੂ ਦੇ ਨਾਮ ਨੂੰ ਗੁਣਾਂ ਨੂੰ ਗਾਉਣਾ ਚਾਹੀਦਾ ਹੈ, ਕਿਉਂਕਿ ਨਾਮ ਜਪਣ ਦਾ ਸਦਕਾ ਸਤਿਗੁਰੂ ਸਾਹਿਬ ਜੀ ਪਰਦੇ ਢੱਕ ਲੈਂਦੇ ਨੇ। ਮਹਾਰਾਜ ਇੱਜ਼ਤ ਪੱਤ ਰੱਖ ਲੈਂਦੇ ਹਨ। ਦੁਨੀਆ ਦੇ ਲੋਕਾਂ ਦਾ ਸੁਭਾਅ ਹੈ ਵੀ ਕਿਸੇ ਦੀ ਕਮੀ ਲੱਭੇ ਤਾਂ ਉਹਦੀ ਇੱਜ਼ਤ ਨੂੰ ਦੁਨੀਆ 'ਚ ਉਛਾਲਦੇ ਹਨ। ਅੱਜ ਤਾਂ ਹੋਰ ਹੀ ਢੰਗ ਲੱਭ ਗਿਆ ਸਾਡੇ ਲੋਕਾਂ ਨੂੰ, ਕਿਸੇ ਦੀ ਕੋਈ ਕਮੀ ਵੇਖਦੇ ਹਨ। ਪਹਿਲਾਂ ਤਾਂ ਕੋਈ ਪਿੰਡ ਪਰਾ ਪੰਚਾਇਤ 'ਚ ਗੱਲ ਕਰਦਾ ਹੋਊਗਾ, ਹੁਣ ਉਹ ਮੀਡੀਏ ਦੇ ਰਾਹੀਂ ਜੋ ਸੋਸ਼ਲ ਮੀਡੀਏ ਦੇ ਉੱਤੇ ਬਦਨਾਮੀ ਕਰ ਦਿੰਦੇ ਨੇ ਜੇ ਕਿਸੇ ਦੀ ਕੋਈ ਔਗਣ ਵੇਖਦੇ ਹਨ। ਸਾਧ ਸੰਗਤ ਜੀ, ਕਿਸੇ ਦੇ ਔਗਣਾਂ ਦਾ ਪ੍ਰਚਾਰ ਕਰਨਾ ਇਹ ਸਿੱਖੀ ਨਹੀਂ ਹੈ। ਸਿੱਖੀ ਤਾਂ ਇਹ ਹੈ ਵੀ ਆਪਣੇ ਔਗਣ ਕਹਿਣੇ ਤੇ ਦੂਸਰਿਆਂ ਦੇ ਗੁਣ ਕਹਿਣੇ। ਹਮੇਸ਼ਾ ਆਪਣੇ ਔਗਣਾਂ ਦੀ ਗੱਲ ਕਰੇ ਤੇ ਦੂਸਰਿਆਂ ਦੇ ਗੁਣਾਂ ਦੀ ਗੱਲ ਕਰੇ ਤੇ ਨਾਮ ਪਰਮੇਸ਼ਰ ਦਾ ਜਪੇ। ਉਹਦੇ ਉੱਤੇ ਮਹਾਰਾਜ ਸਾਹਿਬ ਜੀ ਸਦਾ ਪ੍ਰਸੰਨ ਰਹਿੰਦੇ। ਜਿਵੇਂ ਚਾਚੇ ਫੱਗੂ ਨੇ ਪਰਦਾ ਹੀ ਢੱਕਿਆ ਸੀ ਨਾ, ਜਿਨ੍ਹਾਂ ਨੇ ਉਹਦੀ ਝੋਲੀ ਦੇ ਵਿੱਚ ਕੂੜਾ ਹੀ ਪਾਤਾ ਸੀ ਦਸਵੰਧ ਦੇ ਥਾਂ, ਪਰ ਉਹਨੇ ਕਿਸੇ ਨੂੰ ਕਿਹਾ ਨਹੀਂ। ਘਰੇ ਆ ਕੇ ਇੱਕ ਗਿੱਟਕ ਬੇਰੀ ਦੇ ਉਸ ਫਲ ਦੀ ਲਾ ਦਿੱਤੀ, ਬੇਰ ਵਿੱਚੋਂ ਕੱਢ ਕੇ ਉਹ ਬੇਰੀ ਦਾ ਰੁੱਖ ਬਣ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਸੰਗਤ 'ਚ ਗੱਲ ਪ੍ਰਗਟ ਕੀਤੀ ਸੀ। ਫਿਰ ਕਹਿੰਦੇ ਅਸੀਂ ਗੱਲ ਪ੍ਰਗਟ ਤਾਂ ਕੀਤੀ ਆ ਵੀ ਸਿੱਖ ਐਸਾ ਹੀ ਹੋਵੇ ਵੀ ਆਪਣੇ ਔਗਣਾਂ ਨੂੰ ਕਹੇ ਤੇ ਦੂਸਰੇ ਦੇ ਗੁਣਾਂ ਨੂੰ ਕਹੇ। ਜਦੋਂ ਵੀ ਗੱਲ ਕਰੇ ਆਪਣੇ ਔਗਣ ਪ੍ਰਗਟ ਕਰੇ, ਦੂਸਰੇ ਦੇ ਗੁਣ। ਸਾਡਾ ਢੰਗ ਦੂਜਾ ਹੈ। ਅਸੀਂ ਲੱਖ ਗੁਣਾਈ ਹੋਈਏ, ਕਹਿੰਦੇ ਵੀ ਸਾਡਾ ਤੇ ਮਨ ਸਾਫ਼ ਹੈ। ਦੂਜਾ ਕਿੰਨਾ ਵੀ ਭਲਾ ਹੋਵੇ, ਉਹਦੀ ਕੋਈ ਗਲਤੀ ਵੇਖ ਲੈਣ, ਕਹਿੰਦੇ ਵੀ ਇਹਦੇ ਵਰਗਾ ਤੇ ਬੰਦਾ ਹੀ ਮਾੜਾ ਨਹੀਂ ਆ। ਇਹ ਨਹੀਂ ਮਹਾਰਾਜ ਸਾਹਿਬ ਦੀ ਵਡਿਆਈ, ਸਤਿਗੁਰੂ ਦੀ ਪ੍ਰਾਪਤੀ ਦਾ ਰਾਹ। ਸਤਿਗੁਰੂ ਖੁਸ਼ ਹੁੰਦੇ ਨੇ। ਸਾਧ ਸੰਗਤ, ਜਿਵੇਂ ਮਹਾਰਾਜ ਸਾਹਿਬ ਕਹਿੰਦੇ ਨੇ ਪਰਦਾ ਢੱਕਦਾ ਹੈ ਸਤਿਗੁਰੂ, ਇਹੋ ਜਿਹਾ ਜੀਵਨ ਸਿੱਖਾਂ ਦਾ ਹੋਵੇ ਤੇ ਬੇਨਤੀਆਂ ਕਰਦਾ ਰਹੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰੇ ਉਪਾਵਹੁ, ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪਰਮਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਬੇਨਤੀਆਂ ਕਰੇ ਮਹਾਰਾਜ, ਔਗਣਾਂ ਦਾ ਸਮੁੰਦਰ ਹੀ ਆ ਮੈਂ ਤਾਂ। ਜਿਵੇਂ ਸਮੁੰਦਰ ਦਾ ਕੋਈ ਅੰਤ ਨਹੀਂ, ਮੇਰੇ ਔਗਣਾਂ ਦਾ ਕੋਈ ਅੰਤ ਨਹੀਂ ਹੈ। ਪਾਤਸ਼ਾਹ ਬਖਸ਼ ਲੈ। ਤੇ ਸਤਿਗੁਰੂ ਸਾਹਿਬ ਜੀ ਪਰਦੇ ਢੱਕਦੇ ਹਨ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਤੇ ਸੰਗਤ ਬਖਸ਼ਿੰਦਾ ਹਨ ਸਦਾ ਹੀ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹਉ ਗਈ ਬਲਾਏ, ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।